ਦੋਸਤੋ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਸਾਹਮਣੇ ਇਸ ਸ਼ੋਅ ਦੇ ਵਿੱਚ ਇੱਕ ਐਸੀ ਸ਼ਖਸੀਅਤ ਨੂੰ ਰੂਬਰੂ ਕਰਨ ਜਾ ਰਿਹਾ ਜਿਨ੍ਹਾਂ ਦਾ ਪਾਲਣ ਪੋਸ਼ਣ ਇੱਕ ਬਹੁਤ ਵਧੀਆ ਪਰਿਵਾਰ ਦੇ ਵਿੱਚ ਹੋਇਆ। ਉਹਨਾਂ ਨੇ ਇੱਕ ਬੜੀ ਉਚੇਰੀ ਵਿੱਦਿਆ ਪ੍ਰਾਪਤ ਕਰਕੇ ਜਿੱਥੇ ਕਾਨੂੰਨ ਦੀ ਪੜ੍ਹਾਈ ਸਮਾਪਤ ਕੀਤੀ, ਉੱਥੇ PhD ਦੀ ਡਿਗਰੀ ਵੀ ਪ੍ਰਾਪਤ ਕੀਤੀ। ਇੰਨੀ ਵਧੀਆ ਐਜੂਕੇਸ਼ਨ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਸਮਾਜ ਭਲਾਈ ਦਾ ਕਿੱਤਾ ਜਿਹੜਾ ਉਹਨੂੰ ਚੁਣਿਆ, ਔਰ ਅੱਜ ਉਹ ਚੰਡੀਗੜ੍ਹ ਦੇ ਵਿੱਚ ਜਿਹੜੇ ਏਸਡ ਦੇ ਨਾਲ ਅਟੈਕ ਹੁੰਦੇ ਆ ਬੱਚਿਆਂ ਦੇ ਉੱਤੇ, ਬੱਚੀਆਂ ਦੇ ਉੱਤੇ, ਉਹਨਾਂ ਨਾਲ ਜਿਹੜੇ ਪੀੜਤ ਪਰਿਵਾਰ ਆ ਜਾਂ ਬੱਚੇ ਬੱਚੀਆਂ ਆ, ਉਹਨਾਂ ਦੀ ਸੇਵਾ ਸੰਭਾਲ ਦੇ ਲਈ, ਔਰ ਉਹਨਾਂ ਦੇ ਜਿਹੜੇ ਅਟੈਕਰ ਹੈਗੇ ਆ ਜਿਨ੍ਹਾਂ ਦੇ ਜ਼ੁਲਮ ਕੀਤਾ ਉਹਨਾਂ ਦੇ ਉੱਤੇ ਏਸਡ ਦੇ ਨਾਲ ਹਮਲਾ ਕਰਨ ਲਈ, ਉਹਨਾਂ ਵਿਰੁੱਧ ਕਾਨੂੰਨੀ ਲੜਾਈ ਲੜਨ ਲਈ ਉਹ ਹਮੇਸ਼ਾ ਆਪਣੀਆਂ ਜਿਹੜੀਆਂ ਸੇਵਾਵਾਂ ਜਿਹੜੀਆਂ ਉਹ ਨਿਭਾਉਂਦਾ ਆ। ਮੇਰੀ ਮੁਰਾਦ ਹੈ ਡਾਕਟਰ ਨਵਪ੍ਰੀਤ ਕੌਰ। ਅੱਜ ਉਹ ਸਾਡੇ ਨਾਲ ਮੌਜੂਦ ਹੈ ਇੰਡੀਆ ਸਟੂਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਡਾਕਟਰ ਨਵਪ੍ਰੀਤ ਕੌਰ ਜੀ। ਸਤਿ ਸ਼੍ਰੀ ਅਕਾਲ ਸਤਨਾਮ ਸਿੰਘ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ ਜੀ, ਤੁਸੀਂ ਟਾਈਮ ਕੱਢ ਕੇ ਸਾਡੇ ਸ਼ੋਅ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਹਿਲਾਂ ਨਵਪ੍ਰੀਤ ਜੀ, ਤੁਸੀਂ ਆਪਣੀ ਜਿਹੜੀ ਪਰਿਵਾਰਕ ਜ਼ਿੰਦਗੀ ਆ, ਜਿੱਥੋਂ ਤੁਹਾਡਾ ਬਚਪਨ ਆਰੰਭ ਹੋਇਆ, ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਉਹਦੇ ਬਾਰੇ ਚਾਨਣਾ ਪਾਓ ਜੀ। ਜੀ ਮੈਂ ਪੰਜਾਬ ਤੋਂ ਬਿਲੋਂਗ ਕਰਦੀ ਹਾਂ। ਪੰਜਾਬ ਦੇ ਵਿੱਚ ਇੱਕ ਪਿੰਡ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਗਰਨਾ ਸਾਹਿਬ ਬੋਤਲਾਂ, ਉਸ ਪਿੰਡ ਤੋਂ ਬਿਲੋਂਗ ਕਰਦੀ ਹਾਂ। ਤੁਸੀਂ? ਹਾਂਜੀ। ਅੱਛਾ, ਮੈਂ ਗਿਆ ਜੀ, ਉੱਥੇ ਗੁਰਦੁਆਰਾ ਸਾਹਿਬ ਵੀ ਹੈਗਾ ਹੈ। ਹਾਂਜੀ, ਗੁਰਦੁਆਰਾ ਗਰਨਾ ਸਾਹਿਬ ਹੈ ਜੀ। ਹਾਂ, ਗਰਨਾ ਸਾਹਿਬ ਹੈਗਾ, ਸਾਡੇ ਘਰ ਦੇ ਨੇੜੇ ਹੀ ਹੈ। ਔਰ ਅਸੀਂ ਪਿੰਡ ਦੇ ਵਿੱਚ ਪੜ੍ਹੇ ਹਾਂ। ਅਸੀਂ 3 ਸਿਸਟਰਸ, ਇੱਕ ਬ੍ਰਦਰ ਨੇ। ਹਾਂਜੀ। ਬਟ ਇੱਕ ਸਮੇਂ ਦੇ ਵਿੱਚ ਸਾਡੀ ਸੁਸਾਇਟੀ ਦੇ ਵਿੱਚ ਬੇਟੀਆਂ ਹੋਣਾ ਇਸ ਚੀਜ਼ ਨੂੰ ਬੜੀ ਨੈਗੇਟਿਵ ਵੇ ਨਾਲ ਦੇਖਿਆ ਜਾਂਦਾ ਹੈ। ਪਰ ਮੇਰੇ ਪਰਿਵਾਰ ਦੇ ਵਿੱਚ ਮੇਰੇ ਪਿਤਾ ਜੀ ਨੇ ਹਮੇਸ਼ਾ ਇਹ ਚਾਹਿਆ ਕਿ ਚਾਹੇ ਮੇਰੀਆਂ ਬੇਟੀਆਂ ਚਾਹੇ ਮੇਰਾ ਬੇਟਾ ਹੈ, ਇਹਨਾਂ ਨੂੰ ਮੈਂ ਉੱਚੀ ਸਿੱਖਿਆ ਦੇਵਾਂਗਾ। ਵੈਰੀ ਗੁੱਡ। ਇਸ ਲਈ ਸ਼ੁਰੂ ਤੋਂ ਹੀ ਉਹਨਾਂ ਨੇ ਸਾਡੇ ਸਿਟੀ ਦੇ ਵਿੱਚ ਜਿਹੜਾ ਪਹਿਲਾ ਇੰਗਲਿਸ਼ ਮੀਡੀਅਮ ਸਕੂਲ ਸੀ, ਗੁਰੂ ਨਾਨਕ ਪਬਲਿਕ ਸਕੂਲ, ਉਹਦੇ ਵਿੱਚ ਸਾਡੀ ਐਡਮਿਸ਼ਨ ਕਰਵਾਈ ਗਈ। ਉਸ ਤੋਂ ਬਾਅਦ ਜਿਵੇਂ +1 +2 ਦੇ ਵਿੱਚ ਮੈਂ ਨਾਨ ਮੈਡੀਕਲ ਲਿਆ ਸੀ, ਪਰ ਮੇਰਾ ਇੰਟਰਸਟ ਨਹੀਂ ਸੀ ਉਹਨਾਂ ਚੀਜ਼ਾਂ ਦੇ ਵਿੱਚ। ਮੈਂ ਇੰਜੀਨੀਅਰ ਬਣਾ ਜਾਂ ਕੁਝ ਵੀ ਐਵੇਂ। ਤੇ ਮੇਰੇ ਪਰਿਵਾਰ ਨੇ ਮੈਨੂੰ, ਸਪੈਸ਼ਲੀ ਮੇਰੇ ਫਾਦਰ ਨੇ ਸਪੋਰਟ ਕੀਤਾ, ਔਰ ਮੈਂ LLB ਦੇ ਵਿੱਚ ਐਡਮਿਸ਼ਨ ਲਈ। BA LLB ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਮੈਂ LLB ਔਰ LLM ਕੀਤੀ। ਔਰ ਇਸ ਦੌਰਾਨ ਮੈਨੂੰ ਇਹ ਖੁਸ਼ੀ ਹੈ, ਮੇਰੇ ਪਰਿਵਾਰ ਨੇ, ਮੇਰੇ ਟੀਚਰਸ ਨੇ ਮੈਨੂੰ ਹਰ ਉਸ ਪਹਿਲੂ ਤੋਂ ਪਹਿਚਾਣ ਕਰਾਈ ਜੋ ਐਜ਼ ਏ ਸਟੂਡੈਂਟ ਮੈਨੂੰ ਜਾਣਨਾ ਚਾਹੀਦਾ, ਐਜ਼ ਏ ਵੂਮਨ, ਐਜ਼ ਏ ਗਰਲ ਮੈਨੂੰ ਜਾਣਨਾ ਚਾਹੀਦਾ। ਔਰ ਇਸੇ ਤਰ੍ਹਾਂ ਹੀ ਮੈਂ ਪੜ੍ਹ ਕੇ ਆਪਣੇ ਜਦੋਂ ਮੇਰੀ ਮੈਰਿਜ ਹੁੰਦੀ ਹੈ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਸ਼ਿਫਟ ਹੋ ਜਾਂਦੀ ਹਾਂ ਆਪਣੀ ਫੈਮਿਲੀ ਦੇ ਨਾਲ, ਇਨ-ਲॉज ਫੈਮਿਲੀ ਦੇ ਨਾਲ। ਤੇ ਉਸ ਤੋਂ ਬਾਅਦ ਮੈਂ ਆਪਣੀ ਜੋ PhD ਦੀ ਸਟੱਡੀ ਕੀਤੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੈ। ਅੱਛਾ ਜੀ। ਮੇਰਾ ਬਚਪਨ ਪਿੰਡ ਵਿੱਚ ਸੀਗਾ, ਔਰ ਪਿੰਡ ਤੋਂ ਕੱਢ ਕੇ ਮੇਰੇ ਪਿਤਾ ਜੀ ਨੇ, ਮੇਰੇ ਫਾਦਰ ਸਾਹਿਬ ਨੇ ਸਾਨੂੰ ਸ਼ਹਿਰ ਦੇ ਵਿੱਚ ਭੇਜਿਆ, ਸਾਨੂੰ ਹੌਸਟਲਸ ਦੇ ਵਿੱਚ ਰੱਖਿਆ। ਉਹਨਾਂ ਦੀ ਸੋਚ ਸੀ ਕਿ ਮੇਰੀਆਂ ਬੱਚੀਆਂ ਇੱਕ ਪਿੰਡ ਤੱਕ ਜਾਂ ਇੱਕ ਸਿਟੀ ਤੱਕ ਹੀ, ਛੋਟੀ ਸਿਟੀ ਤੱਕ ਹੀ ਸੀਮਿਤ ਨਾ ਰਹਿ ਜਾਣ, ਉਹ ਅੱਗੇ ਵਧਣ, ਸੁਸਾਇਟੀ ਦੇ ਨਾਲ ਚੱਲਣ। ਇਹ ਉਹਨਾਂ ਦਾ ਸੋਚਣਾ ਇਹ ਨਹੀਂ ਹੈ ਕਿ ਪਿੰਡ ਮਾੜੇ ਹੁੰਦੇ ਆ, ਸਾਨੂੰ ਪਿੰਡ ਚ ਰੱਖਿਆ ਉਹਨਾਂ ਨੇ, ਪਰ ਇੱਕ ਜੋ ਦੂਰਦਰਸ਼ੀ ਸੋਚ ਦੇ ਨਾਲ ਇਨਸਾਨ ਸੋਚਦਾ ਹੈ, ਸਾਨੂੰ ਵੱਡੇ ਸ਼ਹਿਰ ਦੇ ਵਿੱਚ ਭੇਜਿਆ ਗਿਆ ਔਰ ਸਾਨੂੰ ਪੂਰੀ ਉੱਚੀ ਸਿੱਖਿਆ ਦਿੱਤੀ ਗਈ। ਅੱਛਾ, ਮੇਰਾ ਕੁਐਸਚਨ ਇਹ ਆ ਵੀ ਮੈਡੀਕਲ ਐਜੂਕੇਸ਼ਨ ਵੀ ਹੈਗੀ ਆ, ਵਕਾਲਤ ਦੀ ਜਿਹੜੀ ਐਜੂਕੇਸ਼ਨ ਹੈ, ਉਸ ਤੋਂ ਬਾਅਦ ਵਕਾਲਤ ਕਰਨੀ ਇੱਕ ਬਹੁਤ ਜਿਹੜਾ ਟਫ ਧੰਦਾ ਹੈਗਾ। ਤੁਸੀਂ ਇਸ ਧੰਦੇ ਨੂੰ ਕਿਉਂ ਚੁਣਿਆ, ਜਾਂ ਇਸ ਐਜੂਕੇਸ਼ਨ ਨੂੰ ਕਿਉਂ ਚੁਣਿਆ, ਬਾਕੀ ਨੂੰ ਛੱਡ ਕੇ, ਮੈਡੀਕਲ ਨੂੰ ਛੱਡ ਕੇ ਜਾਂ ਦੂਸਰੀ ਐਜੂਕੇਸ਼ਨ ਨੂੰ ਛੱਡ ਕੇ ਤੁਸੀਂ ਇਸ ਪਾਸੇ ਕਿਉਂ ਆਏ? ਦੇਖੋ, ਹਮੇਸ਼ਾ ਤੋਂ ਇੱਕ ਚੀਜ਼ ਮੇਰੇ ਮਾਈਂਡ 'ਚ ਕਲੀਅਰ ਰਹੀ ਸੀ ਕਿ ਅਗਰ ਮੈਨੂੰ ਇਨਸਾਨ ਨੂੰ ਠੀਕ ਕਰਨਾ ਹੈ,
ਹਾਂਜੀ ਹਿਊਮਨ ਬੀਇੰਗ ਨੂੰ ਠੀਕ ਕਰਨਾ ਮੈਡੀਕਲੀ, ਤੇ ਹਾਂਜੀ ਮੈਨੂੰ ਮੈਡੀਕਲ ਫੀਲਡ ਦੇ ਵਿੱਚ ਜਾਣਾ ਪਏਗਾ। ਹਾਂਜੀ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਇੰਟਰਸਟ ਨਹੀਂ ਰੱਖਦੀ ਸੀ, ਨਾ ਮੈਂ ਇੰਜੀਨੀਅਰਿੰਗ ਦੇ ਵਿੱਚ ਇੰਟਰਸਟ ਰੱਖਦੀ ਸੀ। ਹਾਂਜੀ ਮੈਂ ਜਦੋਂ ਹੌਸਟਲ ਦੇ ਵਿੱਚ +1 +2 ਕਰ ਰਹੀ ਸੀ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਤੋਂ, +1 ਹਾਂਜੀ +2 ਕੀਤੀ ਹੈ ਮੈਂ। ਹਾਂਜੀ ਉਸ ਸਮੇਂ ਇੱਕ ਪਾਰਕ ਵਿੱਚ ਅਸੀਂ ਜਿਵੇਂ ਬੱਚੇ ਸੈਰ ਕਰਨ ਜਾਂਦੇ ਆ ਜਾਂ ਜਾਂਦੇ ਆ, ਉੱਥੇ ਇੱਕ ਜਗ੍ਹਾ ਹੁੰਦੀ ਸੀ ਸ਼ਿਮਲਾ ਪਹਾੜੀ, ਹਾਂਜੀ ਉੱਥੇ ਅਸੀਂ ਚਲੇ ਜਾਂਦੇ ਸੀ। ਅੱਛਾ ਉੱਥੇ ਇੱਕ ਹਮੇਸ਼ਾ ਤੋਂ ਇੱਕ ਐਡਵੋਕੇਟ ਕਪਲ ਜਿਵੇਂ ਸੈਰ ਕਰਨ ਆਉਂਦਾ ਹੈ ਜਾਂ ਕੁਛ ਐਵੇਂ, ਮੈਂ ਉਹਨਾਂ ਹਾਂਜੀ ਨੂੰ ਨੋਟਿਸ ਕਰਦੀ ਸੀ ਔਰ ਹਮੇਸ਼ਾ ਉਹਨਾਂ ਨਾਲ ਗੱਲ ਕਰਨਾ ਚਾਹੀ। ਉਹਨਾਂ ਨੇ ਮੈਨੂੰ ਦੱਸਿਆ ਸੰਵਿਧਾਨ ਬਾਰੇ, ਕਨਸਟੀਟਿਊਸ਼ਨ ਆਫ ਇੰਡੀਆ ਬਾਰੇ, ਕਿ ਸਾਡਾ ਹਾਂਜੀ ਸੰਵਿਧਾਨ ਕੀ ਹੈ, ਕਨਸਟੀਟਿਊਸ਼ਨ ਕੀ ਹੈ। ਹਾਂਜੀ ਸਮਾਜਿਕ ਜੋ ਪ੍ਰੋਬਲਮਸ ਨੇ ਉਹਨਾਂ ਨੇ ਹਮੇਸ਼ਾ ਮੈਨੂੰ ਅਟਰੈਕਟ ਕੀਤਾ, ਮੈਨੂੰ ਉਹਨਾਂ ਵੱਲ ਝੁਕਾਵ ਸੀ ਕਿ ਮੈਂ ਹਾਂ ਇਹ ਸਾਡੀ ਸੁਸਾਇਟੀ ਦੇ ਵਿੱਚ ਗਲਤ ਹੋ ਰਿਹਾ ਹੈ। ਜਦੋਂ ਮੈਂ ਕਨਸਟੀਟਿਊਸ਼ਨ ਨਾਲ, ਸਾਡੇ ਕਨਸਟੀਟਿਊਸ਼ਨ ਆਫ ਇੰਡੀਆ ਡਾਕਟਰ BR ਅੰਬੇਡਕਰ ਜੀ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਨਾਲ ਰੂਬਰੂ ਹੋਈ, ਤਾਂ ਮੈਨੂੰ ਇਹ ਮਹਿਸੂਸ ਹੋਇਆ ਕਿ ਸਾਨੂੰ ਸੋਸ਼ਲ ਲੀਗਲ ਪ੍ਰੋਬਲਮਸ ਨੂੰ ਹੈਂਡਲ ਕਰਨ ਦੇ ਲਈ ਮੈਨੂੰ ਲਾਅ ਕਰਨ ਦੀ ਜ਼ਰੂਰਤ ਹੈ। ਜ਼ਰੂਰੀ ਹੈ। ਸਾਡੀ ਸੁਸਾਇਟੀ ਦੇ ਵਿੱਚ ਜੋ ਸਭ ਤੋਂ ਵੱਡੀਆਂ ਪ੍ਰੋਬਲਮ ਉਹ ਸੋਸ਼ਲ ਲੀਗਲ ਹੀ ਨੇ। ਹਾਂਜੀ ਹਾਂਜੀ ਉਹਨਾਂ ਹਾਂਜੀ ਨੂੰ ਠੀਕ ਕਰਨ ਦੇ ਲਈ ਮੈਂ ਕਨਸਟੀਟਿਊਸ਼ਨ ਪੜ੍ਹਨ ਤੋਂ ਬਾਅਦ, ਸਾਡਾ ਜੋ ਸਪੈਸ਼ਲੀ ਪ੍ਰੈਂਬਲ ਉਹਨੂੰ ਪੜ੍ਹਨ ਤੋਂ ਬਾਅਦ ਮੈਂ ਲਾਅ ਫੀਲਡ ਚੂਜ਼ ਕੀਤੀ ਔਰ ਮੇਰੇ ਪਰਿਵਾਰ ਨੇ ਮੈਨੂੰ ਇਹਦੇ ਵਿੱਚ ਸਪੋਰਟ ਕੀਤਾ। ਓਕੇ ਜੀ। ਅੱਛਾ, ਇੱਕ ਗੱਲ ਮੈਨੂੰ ਥੋੜੀ ਖੜਕਦੀ ਆ ਵੀ ਤੁਸੀਂ ਜਿਹੜੀ PhD ਕੀਤੀ ਆ ਉਹ ਜੁਡੀਸ਼ਰੀ ਵਿੱਚ ਕਿਉਂ ਨਹੀਂ ਕੀਤੀ? ਇਹਦਾ ਕੀ ਰੀਜ਼ਨ ਹੈ? ਦੇਖੋ, ਜੁਡੀਸ਼ਰੀ ਵਿੱਚ ਜਾਣਾ ਇੱਕ ਮੇਰੀ ਚॉइस नहीं ਸੀਗੀ, क्योंकि जुडिशरी बहुत ही अच्छा एक प्लेटफॉर्म है, एक बहुत ही अच्छा मतलब ऑक्यूपेशन है अगर ਤੁਸੀਂ ਚਾਹੋ ਤਾਂ। ਪਰ ਮੇਰਾ ਰਾਈਟਿੰਗ ਔਰ ਰਿਸਰਚ ਵਿੱਚ ਹਮੇਸ਼ਾ ਤੋਂ ਇੰਟਰਸਟ ਰਿਹਾ। ਹਾਂਜੀ ਇਵਨ ਕਿ ਜਦੋਂ ਮੇਰੇ ਟੀਚਰਸ ਵੀ ਮੈਨੂੰ ਕਹਿੰਦੇ ਸੀ, ਮੇਰੇ ਫਰੈਂਡਸ ਵੀ ਮੈਨੂੰ ਕਹਿੰਦੇ ਸੀ ਕਿ ਨਵਪ੍ਰੀਤ ਤੁਸੀਂ ਨੋਟਸ ਬਣਾ ਦਿਓ, ਨੋਟਸ ਅੱਛੇ ਬਣਾਉਂਦੇ ਹੋ, ਜਾਂ ਕਿਸੇ ਚੀਜ਼ ਦਾ ਕਨਕਲੂਜਨ ਕਰਨਾ ਹੋਵੇ, ਜਾਂ ਅਗਰ ਕੋਈ ਪ੍ਰੋਬਲਮ ਹੋ ਜਾਂਦੀ ਹੈ ਤੇ ਮੈਂ ਉਹਦੀ ਤਹਿ ਤੱਕ ਜਾਂਦੀ ਸੀ, ਰਿਸਰਚ ਕਰਦੀ ਸੀ ਔਰ ਹਾਂਜੀ ਲਿਖਣ ਵੱਲ ਵੀ ਮੇਰਾ ਝੁਕਾਵ ਸੀਗਾ। ਇਸ ਲਈ ਮੈਂ ਸੋਸ਼ਲ ਟੌਪਿਕਸ ਵੱਲ, ਲੀਗਲ ਟੌਪਿਕਸ ਵੱਲ ਹੋਰ ਰਿਸਰਚ ਕਰਨੀ ਚਾਹੀ। ਮੈਂ ਵੂਮਨ ਐਮਪਾਵਰਮੈਂਟ ਤੇ ਰਿਸਰਚ ਕਰਨਾ ਚਾਹੁੰਦੀ ਸੀ। ਚਾਹੁੰਦੀ ਸੀ ਕਿ ਕੁਝ ਐਵੇਂ ਦਾ ਹੋਵੇ ਕਿ ਮੈਂ ਦੇਖ ਪਾਵਾਂ ਕਿ ਸੁਸਾਇਟੀ ਵਿੱਚ ਇਹ ਸਭ ਪ੍ਰੋਬਲਮਸ ਕਿਉਂ ਹੋ ਰਹੀਆਂ ਨੇ। ਇਸ ਲਈ ਮੈਨੂੰ ਲੱਗਾ ਕਿ ਮੈਨੂੰ ਰਿਸਰਚ ਆਪਣੀ ਜਾਰੀ ਕਰਨੀ ਪੈਣੀ ਹੈ। ਹਾਂਜੀ ਇਸ ਕਰਕੇ ਮੈਂ ਜੁਡੀਸ਼ਰੀ ਨੂੰ ਤਰਜੀਹ ਨਹੀਂ ਦਿੱਤੀ, ਉਹਨੂੰ ਪਹਿਲ ਨਹੀਂ ਦਿੱਤੀ। ਮੈਂ PhD ਦੇ ਵਿੱਚ ਐਨਰੋਲਮੈਂਟ ਕਰਵਾਈ। ਮੈਂ UGC ਨੈਟ ਦਾ ਇੱਕ ਪੇਪਰ ਦਿੱਤਾ ਹੈ, ਉਹ ਕੁਆਲੀਫਾਈ ਕੀਤਾ, JRF ਕੁਆਲੀਫਾਈ ਕੀਤਾ। ਉਸ ਦੇ ਨਾਲ ਹੀ ਮੈਂ ਟੀਚਿੰਗ ਵਿੱਚ ਆ ਗਈ, ਅਸਿਸਟੈਂਟ ਪ੍ਰੋਫੈਸਰ ਇਨ ਲਾਅ, ਔਰ ਮੈਂ ਨਾਲ ਦੇ ਨਾਲ ਆਪਣੀ PhD ਦੀ ਸਟੱਡੀ ਸ਼ੁਰੂ ਕਰ ਦਿੱਤੀ। ਅੱਛਾ ਨਵਪ੍ਰੀਤ, ਇਹ ਜਿਹੜਾ ਆਪਾਂ ਅਖਬਾਰਾਂ ਵਿੱਚ ਵੀ ਸੁਣਦੇ ਆ, ਪੜ੍ਹਦੇ ਵੀ ਆ, TV ਚੈਨਲਾਂ ਤੇ ਵੀ ਇਹ ਗੱਲਾਂ ਆਉਂਦੀਆਂ, ਇਹ ਤੇਜ਼ਾਬ ਦਾ ਅਟੈਕ ਜਿਹੜਾ ਦੂਸਰੇ ਹਮਲਿਆਂ ਨਾਲੋਂ ਇੱਕ ਵੱਖਰੀ ਕਿਸਮ ਦਾ ਅਟੈਕ ਹੈ, ਇਹ ਹੁੰਦਾ ਕੀ ਹੈ? ਕਿਸ ਤਰ੍ਹਾਂ ਹੁੰਦਾ ਇਹ ਅਟੈਕ? ਕਿਸ ਤਰ੍ਹਾਂ ਹੁੰਦੇ ਆ ਜਾਂ ਕੌਣ ਕਰਦਾ ਆ? ਇਹਦਾ ਵਿਕਟਮ ਕੌਣ ਹੈ? ਇਹਦਾ ਅਟੈਕਰ ਕੌਣ ਹੁੰਦਾ? ਜੀ, ਐਸਿਡ ਅਟੈਕ ਜਿਹੜਾ ਤੇਜ਼ਾਬੀ ਹਮਲਾ ਹੈ, ਮੈਂ ਕਹੂੰਗੀ ਸਾਡੀ ਸੁਸਾਇਟੀ ਦੇ ਵਿੱਚ ਇੱਕ ਬਹੁਤ ਹੀ ਬੁਰਾ ਮਤਲਬ ਕਰੂਰਤਾ ਹੈ, ਬਹੁਤ ਹੀ ਵੱਡਾ ਕ੍ਰਾਈਮ ਹੈ ਜੋ ਇਨਸਾਨਾਂ ਨੂੰ, ਹਿਊਮੈਨਿਟੀ ਨੂੰ ਖਤਮ ਕਰ ਦਿੰਦਾ ਹੈ। ਹਾਂਜੀ, ਐਸਿਡ ਅਟੈਕ ਦੇ ਵਿੱਚ ਮੈਂ ਰਿਸਰਚ ਕੀਤੀ ਹੈ, ਲੰਬੇ ਸਮੇਂ ਤੋਂ ਰਿਸਰਚ ਕੀਤੀ ਹੈ, ਇਸ ਫੀਲਡ ਵਿੱਚ ਮੈਂ ਕੰਮ ਕਰ ਰਹੀ ਹਾਂ ਤੇ ਮੈਂ ਆਪਣੀ ਰਿਸਰਚ ਦੇ ਦੌਰਾਨ ਇਹੀ ਸਮਝਿਆ ਹੈ ਕਿ ਇਹ ਜ਼ਿਆਦਾਤਰ ਹਮਲੇ ਲੜਕੀਆਂ ਤੇ ਔਰਤਾਂ ਤੇ ਜ਼ਿਆਦਾ ਹੁੰਦੇ ਨੇ। ਇਹ ਇੱਕ ਜੈਂਡਰ ਬੇਸਡ ਵਾਇਲੈਂਸ ਹੈ। ਜੈਂਡਰ ਬੇਸਡ ਵਾਇਲੈਂਸ ਜਿਹੜਾ ਅਸੀਂ ਕਹਿ ਦਿੰਦੇ ਆ ਕਿ ਜ਼ਿਆਦਾਤਰ ਲੜਕੀਆਂ ਦੇ ਅਗੇਂਸਟ ਹੋਣ ਵਾਲਾ। ਅਗਰ ਅਸੀਂ ਡਾਟਾ ਦੇਖੀਏ ਤੇ 70 ਤੋਂ 80% ਜੋ ਕੇਸਿਸ ਹੁੰਦੇ ਨੇ ਐਸਿਡ ਅਟੈਕ ਤੇ, ਉਹ ਵੂਮਨ ਤੇ ਗਰਲਸ ਤੇ ਹੁੰਦੇ ਨੇ। ਜ਼ਿਆਦਾਤਰ 15 ਸਾਲ ਦੀ ਉਮਰ ਤੋਂ ਲੈ ਕੇ 35 ਸਾਲ ਦੀ ਉਮਰ ਦੀਆਂ ਜੋ ਲੜਕੀਆਂ ਹੁੰਦੀਆਂ ਨੇ, ਔਰਤਾਂ ਹੁੰਦੀਆਂ ਨੇ, ਉਹਨਾਂ ਤੇ ਜ਼ਿਆਦਾ ਅਟੈਕ ਹੁੰਦਾ ਹੈ। ਅੱਛਾ ਜੀ। ਇਹਦਾ ਜੋ ਰੀਜ਼ਨ ਹੈ ਉਹ ਪੈਟਰੀਆਰਕੀ ਹੈ। ਹਾਂਜੀ, ਸਾਡੀ ਜਿਹੜੀ ਪਿਤਰ ਸੱਤਾ, ਪੈਟਰੀਆਰਕੀ, ਕਿ ਜੋ ਆਦਮੀ ਹੈ, ਜੋ ਮੇਲ ਹੈ, ਉਹ ਸਾਡੇ ਸਮਾਜ ਨੂੰ ਚਲਾਏਗਾ। ਹਾਂਜੀ, ਔਰ ਕਿਤੇ ਨਾ ਕਿਤੇ ਉਹ ਮੇਲ, ਉਹ ਆਦਮੀ ਇਹ ਸਮਝਦਾ ਕਿ ਮੈਂ ਸਮਾਜ ਨੂੰ ਚਲਾਵਾਂਗਾ ਔਰ ਮੈਂ ਔਰਤ ਨੂੰ ਵੀ ਆਪਣੇ ਤਰੀਕੇ ਨਾਲ ਹੀ ਚਲਾਵਾਂਗਾ। ਹਾਂਜੀ, ਜ਼ਿਆਦਾਤਰ ਕੇਸਿਸ ਵਿੱਚ ਇਹ ਹੁੰਦਾ ਹੈ, ਲੜਕਾ ਲੜਕੀ ਨੂੰ ਕਹਿੰਦਾ ਹੈ ਕਿ ਪ੍ਰਪੋਜ਼ ਕਰਦਾ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲਾ ਜਾਂ ਮੇਰੇ ਨਾਲ ਇੱਕ ਰਿਲੇਸ਼ਨਸ਼ਿਪ ਵਿੱਚ ਆ ਜਾ। ਪਰ ਜਦੋਂ ਲੜਕੀ ਨਾ ਕਰਦੀ ਹੈ ਤਾਂ ਲੜਕੇ ਤੋਂ ਨਾ ਬਰਦਾਸ਼ਤ ਨਹੀਂ ਹੋ ਪਾਉਂਦੀ। ਉਹ ਸੋਚਦਾ ਹੈ ਕਿ
ਇਹ ਮੈਨੂੰ ਕਿਵੇਂ ਨਾ ਕਰ ਸਕਦੀ ਹੈ, ਇਹਨੂੰ ਤਾਂ ਮੈਂ ਆਪਣੇ ਅਕੋਰਡਿੰਗਲੀ ਚਲਾਵਾਂਗਾ, ਜੋ ਮੇਰੀ ਸੋਚ ਹੈ ਮੇਰੀ ਸੋਚ ਦੇ ਅਕੋਰਡਿੰਗਲੀ ਚੱਲੇਗੀ। ਉਹ ਸਪੀਰਿਟੀ ਕੰਪਲੈਕਸ ਹੈ ਉਹਦੇ ਵਿੱਚ। ਬਿਲਕੁਲ ਜੀ। ਔਰ ਉਹਦੀ ਮੇਲ ਈਗੋ ਜੋ ਹੈ ਇੰਨੀ ਹਰਟ ਹੁੰਦੀ, ਉਹ ਕਹਿੰਦਾ ਹੈ ਕਿ ਇਹ ਮੇਰੀ ਨਹੀਂ ਹੋ ਸਕੀ ਤਾਂ ਇਹ ਕਿਸੇ ਦੀ ਨਹੀਂ ਹੋ ਸਕੇਗੀ। ਹੋ ਸਕਦੀ, ਯੈਸ। ਇਹ ਜੋ ਗੱਲ ਹੈ ਕਿ ਮੇਰੀ ਨਹੀਂ ਹੋ ਸਕੀ, ਕਿਸੇ ਦੀ ਨਹੀਂ ਹੋ ਸਕੇਗੀ, ਇਹਦੇ 'ਚ ਇੱਕ ਬਹੁਤ ਹੀ ਵੱਡਾ ਮੀਨਿੰਗ ਹੈ ਜੋ ਸਾਡੀ ਸੋਸਾਇਟੀ ਦੀ ਇੱਕ ਬਿਊਟੀ ਨੂੰ ਲੈ ਕੇ। ਇਹ ਸਾਡੀ ਸੋਸਾਇਟੀ ਦੇ ਵਿੱਚ ਲੜਕੀਆਂ ਬਿਊਟੀਫੁਲ ਹੋਣੀਆਂ ਚਾਹੀਦੀਆਂ, ਉਹ ਸੋਹਣੀਆਂ ਦਿਖਣੀਆਂ ਚਾਹੀਦੀਆਂ ਦੇਖਣ ਵਿੱਚ। ਉਹ ਚੀਜ਼ ਨੂੰ ਇੱਕ ਬਹੁਤ ਹੀ ਵੱਡਾ ਇੱਕ ਤਰੀਕੇ ਨਾਲ ਕਹਿ ਲਓ ਧੱਕਾ ਲੱਗਦਾ ਹੈ, ਸਮਝ ਆਉਂਦੀ ਹੈ ਕਿ ਸਾਡੇ ਸਮਾਜ ਵਿੱਚ ਬਿਊਟੀ ਹੀ ਸਭ ਕੁਝ ਹੈ। ਉਹ ਜਦੋਂ ਕਹਿੰਦਾ ਹੈ ਮੇਰੀ ਨਹੀਂ ਹੋ ਸਕੇਗੀ, ਕਿਸੇ ਦੀ ਨਹੀਂ ਹੋ ਸਕੇ, ਕਿਉਂ ਨਹੀਂ ਹੋ ਸਕੇਗੀ? ਕਿਉਂਕਿ ਉਹ ਐਸਿਡ ਪਾ ਦਿੱਤਾ, ਉਹਦਾ ਚਿਹਰਾ ਵਿਗਾੜ ਦਿੱਤਾ। ਸਾਡੇ ਸਮਾਜ ਦੇ ਵਿੱਚ ਜਦੋਂ ਲੜਕੀ, ਸਭ ਤੋਂ ਪਹਿਲਾਂ ਕੀ ਹੁੰਦਾ ਹੈ ਵਿਆਹ ਦੇ ਲਈ, ਲੜਕੀ ਦਾ ਚਿਹਰਾ ਦੇਖਿਆ ਜਾਂਦਾ ਹੈ ਔਰ ਲੜਕੇ ਦੀ ਪਾਕਟ ਦੇਖੀ ਜਾਂਦੀ ਹੈ ਕਿ ਕਿੰਨਾ ਕਮਾਉਂਦਾ ਹੈ, ਉਹਦੀ ਲੜਕੀ ਦੀ ਕੀ ਕੁਆਲੀਫਿਕੇਸ਼ਨ ਹੈ, ਕੀ ਨੌਲੇਜ ਹੈ, ਕਿਆ ਉਹਦੇ 'ਚ ਐਕਸਪਰਟੀਜ਼ ਨੇ। ਇਹ ਸਾਰੀਆਂ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਨੇ। ਸਭ ਤੋਂ ਪਹਿਲਾਂ ਉਹ ਚਾਹ ਦਾ ਕੱਪ ਫੜ ਕੇ ਲੈ ਕੇ ਆਉਂਦੀ ਹੈ ਸਾਡੇ ਸਮਾਜ ਦੇ ਵਿੱਚ ਔਰ ਕਹਿੰਦੀ ਹੈ, ਦਿਖਾਉਂਦੀ ਹੈ ਕਿ ਮੈਂ ਕਿਵੇਂ ਦੀ ਲੱਗਦੀ ਹਾਂ। ਔਰ ਇਹ ਪੈਟਰੀਆਰਕੀ ਸੁਸਾਇਟੀ ਦੇ ਵਿੱਚ ਜਦੋਂ ਜਿਸ ਸਮਾਜ ਦੇ ਵਿੱਚ ਲੜਕਾ ਪੈਦਾ ਹੋਣ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ, ਲੜਕੀ ਪੈਦਾ ਹੋਣ ਤੇ ਖੁਸ਼ੀ ਨਹੀਂ ਦੁੱਖ ਮਨਾਈ ਜਾਂਦੀ ਹੈ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਔਰ ਜਦੋਂ ਲੜਕੀ ਪੈਦਾ ਹੁੰਦੀ ਹੈ, ਤੁਸੀਂ ਹੈਰਾਨ ਹੋਵੋਗੇ, ਕਈ ਸਮਾਜ ਦੇ ਵਿੱਚ ਕਈ ਲੋਕ ਲੜਕੀ ਪੈਦਾ ਹੋਣ ਤੇ ਲੜਕੀਆਂ ਨੂੰ ਤਾਂ ਮਾਰਦੇ ਹੀ ਨੇ। ਲੜਕੀ ਦੀ ਜੋ ਮਦਰ ਹੈ ਉਹਨੂੰ ਐਸਿਡ ਸੁੱਟ ਕੇ ਉਹਨੂੰ ਜਲਾ ਦਿੱਤਾ ਜਾਂਦਾ, ਉਹਨੂੰ ਪਨਿਸ਼ ਕੀਤਾ ਜਾਂਦਾ ਹੈ ਕਿ ਤੂੰ ਬੇਟੀ ਪੈਦਾ ਕੀਤੀ ਹੈ, ਮੈਂ ਤੇਰੇ ਤੇਜ਼ਾਬ ਨਾਲ ਜਲਾ ਦਿਆਂਗਾ, ਤੇਰੀ ਵੀ ਜ਼ਿੰਦਗੀ ਅਸੀਂ ਖਰਾਬ ਕਰ ਦੇਵਾਂਗੇ। ਨਵਪ੍ਰੀਤ ਦਾ ਤੁਸੀਂ ਸੁਣਿਆ ਹੋਣਾ, ਕੱਲ ਪਰਸੋਂ ਇੱਕ ਇਨਸੀਡੈਂਟ ਹੋਇਆ ਇੱਥੇ ਨਿਊਯਾਰਕ ਦੇ ਵਿੱਚ। ਉਹ ਕੁੜੀ ਵਿਚਾਰੀ ਦੇ 2 ਬੱਚੀਆਂ ਸੀਗੀਆਂ, ਛੋਟੀਆਂ, ਉਹਦਾ ਹਸਬੈਂਡ ਉਹਨੂੰ ਰੋਜ਼ ਕੁੱਟਦਾ ਸੀਗਾ, ਮਾਰਦਾ ਸੀਗਾ। ਉਹਨੇ ਵਿਚਾਰੀ ਨੇ ਆਤਮ ਹੱਤਿਆ ਕਰਕੇ ਫਾਹਾ ਲੈ ਲਿਆ ਤੇ ਆਪਣੇ ਪ੍ਰਾਣ ਜਿਹੜੇ ਉਹ ਦੇ ਦਿੱਤੇ। ਕਿੰਨੀ ਸਾਡੀ ਸੁਸਾਇਟੀ ਦਾ ਇੱਕ ਮੰਦਭਾਗਾ ਜਿਹੜਾ ਪੱਖ ਹੈਗਾ, ਜਿਹਨੂੰ ਅਸੀਂ, ਮੈਂ ਸਮਝਦਾ ਵੀ ਇਹ ਜਿਹੜੀ ਕੁੜੀ ਇੱਕ ਨਹੀਂ ਹੈਗੀ, ਇਹੋ ਜਿਹੀਆਂ ਕੁੜੀਆਂ ਦੱਬੀਆਂ ਆਵਾਜ਼ਾਂ ਦੇ ਵਿੱਚ ਦੱਬੀਆਂ ਪਈਆਂ ਆਪੋ ਆਪਣੇ ਘਰਾਂ ਦੇ ਵਿੱਚ, ਬਹੁਤ ਸਾਰੀਆਂ ਕੁੜੀਆਂ, ਇੱਕ ਨਹੀਂ ਹੈਗੀ। ਜੇ ਇਹ ਆਪਾਂ ਉਹ ਕੋਈ ਨਾ ਕੋਈ ਕੁੜੀ ਜਿਹੜੀ ਆ ਆਪਣੇ ਮਾਪਿਆਂ ਦੇ ਇੱਜ਼ਤ ਕਹਿ ਲਓ, ਇੱਜ਼ਤ ਦੇ ਡਰ ਤੋਂ ਵੀ ਸਾਡੇ ਮਾਪਿਆਂ ਦੀ ਇੱਜ਼ਤ ਖਰਾਬ ਹੋਊਗੀ ਜਾਂ ਮੇਰੇ ਸਹੁਰਿਆਂ ਦੀ ਇੱਜ਼ਤ ਖਰਾਬ ਹੋਊਗੀ ਜਾਂ ਉਹਦੀ ਆਪਣੀ ਇੱਜ਼ਤ ਖਰਾਬ ਹੋਊਗੀ। ਕਿਉਂਕਿ ਨੋਰਮਲੀ ਆਪਣੀ ਜਿਹੜੀ ਸੁਸਾਇਟੀ ਆ, ਜਦੋਂ ਕੋਈ ਇਹੋ ਜਿਹਾ ਰੌਲਾ ਗੌਲਾ ਪੈਂਦਾ ਤਾਂ ਕੁੜੀ ਤੇ ਦੋਸ਼ ਆਉਂਦਾ। ਉਹਦਾ ਇੱਕ ਸਭ ਤੋਂ ਸੌਖਾ ਦੋਸ਼ ਲਾਉਣਾ ਜਿਹੜਾ ਹੈ ਜੀ, ਇਹ ਕੁੜੀ ਕਰੈਕਟਰਲੈਸ ਆ, ਤਾਂ ਜ਼ਿਆਦਾ ਜਿਹੜਾ ਸਮੱਸਿਆ ਜਿਹੜੀ ਆ ਉਹ ਪੈਦਾ ਹੋਈ ਆ। ਇਹ ਜਿਹੜਾ ਸਾਡਾ ਕੁੜੀਆਂ ਦੇ ਬਾਰੇ ਸੋਚਣਾ, ਕੁੜੀਆਂ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਬੜੀ ਰਿਸਪੈਕਟ ਨਾਲ ਦੇਖੋ ਜੀ, ਬੜੀ ਇੱਜ਼ਤ ਦਿਓ ਜੀ। ਦਰਅਸਲ 'ਚ ਸਾਡਾ ਸਮਾਜ ਇਹ ਕਹਿੰਦਾ ਤਾਂ ਬਹੁਤ ਕੁਛ ਹੈ, ਲੇਕਿਨ ਅਮਲੀ ਤੌਰ ਤੇ ਉੱਤੇ ਇਹਨੂੰ ਅਮਲੀ ਜਾਮਾ ਜਿਹੜਾ ਉਹ ਪਹਿਨਾਇਆ ਨਹੀਂ ਜਾ ਰਿਹਾ। ਜਿਹੜੀ ਨਜ਼ਰ ਅਸੀਂ ਚਾਹੁੰਦੇ ਹਾਂ ਜਾਂ ਦੂਜਿਆਂ ਨੂੰ ਜਿਹੜਾ ਲੈਕਚਰਬਾਜ਼ੀ ਕਰਦੇ ਹਾਂ ਵੀ ਕੁੜੀਆਂ ਦੀ ਇੱਜ਼ਤ ਕਰੋ, ਔਰਤਾਂ ਨੂੰ ਸਨਮਾਨ ਦਿਓ, ਉਹ ਗੱਲ ਜਿਹੜੀ ਆ ਅਸੀਂ ਆਪ ਉਹਦੇ ਉੱਤੇ ਅਮਲ ਕਰਨ ਨੂੰ ਤਿਆਰ ਨਹੀਂ। ਅੱਛਾ, ਇੱਕ ਮੈਂ ਇਹ ਪੁੱਛਣਾ ਚਾਹੁੰਦਾ ਵੀ ਕੋਈ ਐਸਾ ਤੁਹਾਡੇ ਕੋਲ ਕੇਸ ਵੀ ਨੋਟਿਸ ਆਇਆ ਜਿਹਦੇ ਵਿੱਚ ਕਿਸੇ ਮੁੰਡੇ ਦੇ ਉੱਤੇ ਤੇਜ਼ਾਬ ਸੁੱਟਿਆ ਗਿਆ ਹੋਵੇ? ਜੀ ਬਿਲਕੁਲ, ਜਿਵੇਂ ਕਿ ਮੈਂ ਸ਼ੁਰੂ ਵਿੱਚ ਕਿਹਾ ਕਿ 70 ਤੋਂ 80% ਕੇਸ ਲੜਕੀਆਂ ਤੇ ਹੁੰਦੇ ਨੇ। ਤਾਂ ਫਿਰ ਇਸ ਤੋਂ ਕਲੀਅਰਲੀ ਦਰਸਾਉਂਦਾ ਹੈ ਕਿ ਐਟਲੀਸਟ ਅਰਾਊਂਡ 30% ਕੇਸਿਸ ਮੁੰਡਿਆਂ ਤੇ ਔਰ ਟਰਾਂਸਜੈਂਡਰ ਤੇ ਵੀ ਹੁੰਦੇ ਨੇ। ਓਕੇ, ਹਾਂਜੀ, ਜੈਂਡਰ ਬੇਸਡ ਵਾਇਲੈਂਸ ਇਸ ਲਈ ਹੈ ਕਿਉਂਕਿ ਜ਼ਿਆਦਾ ਪਰਸੈਂਟੇਜ ਔਰਤਾਂ ਤੇ ਹੋ ਰਹੀ ਹੈ, ਪਰ ਲੜਕੇ, ਛੋਟੇ ਬੱਚੇ, ਕੋਈ ਵੀ ਇਸ ਚੀਜ਼ ਤੋਂ ਇਮਿਊਨ ਨਹੀਂ ਹੈ, ਕੋਈ ਵੀ ਇਸ ਚੀਜ਼ ਤੋਂ ਬਚਿਆ ਨਹੀਂ ਹੈ। ਲੜਕਿਆਂ ਦੇ ਉੱਪਰ ਜ਼ਿਆਦਾਤਰ ਜੋ ਐਸਿਡ ਅਟੈਕ ਹੁੰਦੇ ਨੇ ਨਾ, ਉਹ ਵੀ ਪੈਟਰੀਆਰਕੀ ਸੋਚ ਕਰਕੇ ਹੀ ਨੇ। ਪੈਟਰੀਆਰਕੀ ਸੋਚ ਕੀ ਹੈ ਕਿ ਇਹ ਪੈਟਰੀਆਰਕੀ ਸਮਾਜ ਦੇ ਵਿੱਚ ਕਿ ਜਦੋਂ ਬੇਟਾ ਹੋਏਗਾ ਉਹਨੂੰ ਪ੍ਰਾਪਰਟੀ ਮਿਲੇਗੀ, ਉਹਨੂੰ ਹਿੱਸਾ, ਉਹ ਵਾਰਿਸ ਬਣੇਗਾ, ਔਰ ਜਦੋਂ ਉਹ ਵਾਰਿਸ ਬਣੇਗਾ ਉਹ ਆਪਣਾ ਖਾਨਦਾਨ ਚਲਾਏਗਾ। ਇੱਕ ਇਹ ਸੋਚ ਹੈ। ਔਰ ਜੋ ਇੱਕ ਟਿਪੀਕਲ ਭਾਸ਼ਾ ਦੇ ਵਿੱਚ ਮੈਂ ਕਹੂੰਗੀ ਜੋ ਸ਼ਰੀਕੇਬਾਜ਼ੀ ਹੁੰਦੀ ਹੈ, ਲੈਂਡ ਡਿਸਪਿਊਟ ਹੁੰਦਾ ਹੈ, ਸਭ ਇਨਸਾਨ ਸੋਚਦਾ ਹੈ ਕਿ ਇਹ ਇਹਨਾਂ ਦਾ ਇਕਲੌਤਾ ਬੇਟਾ ਹੈ,
ਇਹਨੂੰ ਪ੍ਰਾਪਰਟੀ ਮਿਲੇਗੀ, ਇਹ ਇਹਨਾਂ ਦਾ ਖਾਨਦਾਨ ਚਲਾਏਗਾ, ਇਹਨੂੰ ਹੀ ਖਤਮ ਕਰ ਦੋ, ਇਹਨੂੰ ਹੀ ਤੇਜ਼ਾਬ ਪਾ ਕੇ ਇਹਦੀ। तो यही जो सोच है, सारा जो प्रॉब्लम है, ये पैट्रियार्की ही है कि जो ਅਸੀਂ ਇੱਕ ਸੋਸ਼ਲ ਨੋਰਮਸ ਬਣਾਏ ਹੋਏ ਨੇ। ਜਿਵੇਂ ਕਿ ਤੁਸੀਂ ਕਿਹਾ ਕਿ ਲੜਕੀਆਂ ਆਪਣੀ ਗੱਲ ਹੀ ਨਹੀਂ ਦੱਸ ਪਾਉਂਦੀਆਂ ਨੇ, ਇਹ ਵੀ ਹੀ ਬੋਝ ਕਿਤੇ ਨਾ ਕਿਤੇ ਲੜਕਿਆਂ ਤੇ ਵੀ ਹੈ। ਕਿ ਉਹਨਾਂ ਨੇ ਘਰ ਚਲਾਣਾ ਹੈ। ਅਸੀਂ ਰੋਲ ਡਿਸਾਈਡ ਕਰ ਦਿੱਤੇ ਕਿ ਲੜਕੀ ਇਹ ਕਰੇਗੀ ਔਰ ਲੜਕਾ ਇਹ ਕਰੇਗਾ। ਬਰਡਨ ਤਾਂ ਦੋਨੋਂ ਜੈਂਡਰਸ ਤੇ ਆਂਦਾ ਹੈ, ਲੜਕੇ ਤੇ ਵੀ ਲੜਕੀ ਤੇ ਵੀ। ਔਰ ਇਹ ਜੋ ਲੈਂਡ ਡਿਸਪਿਊਟ ਹੋ ਗਿਆ, ਮਨੀ ਹੋ ਗਈ, ਇਹ ਸਭ ਲਾਲਚ ਦੇ ਵਿੱਚ ਲੋਕੀ ਇਹ ਭੁੱਲ ਜਾਂਦੇ ਨੇ ਕਿ ਹਿਊਮੈਨਿਟੀ ਵੀ, ਇਨਸਾਨੀਅਤ ਵੀ ਕੋਈ ਚੀਜ਼ ਹੈ, ਔਰ ਸਾਹਮਣੇ ਵਾਲੇ ਦੀ ਇਨਸਾਨ ਦੀ ਜ਼ਿੰਦਗੀ ਨੂੰ ਖਤਮ ਨਹੀਂ ਕਰਦੇ। ਐਸਿਡ ਅਟੈਕ ਦੇ ਵਿੱਚ ਮੋਰਟੈਲਿਟੀ ਰੇਟ, ਜਿਹੜੇ ਕਿ ਡੈਥ ਰੇਟ ਮੁਸ਼ਕਿਲ ਨਾਲ 2-4% ਹੈ। 97-98% ਦਾ ਮੇਨ ਮਕਸਦ ਇਹੀ ਹੁੰਦਾ ਕਿ ਜ਼ਿੰਦਗੀ ਨੂੰ ਤਬਾਹ ਕਰਨਾ, ਤੜਪ ਤੜਪ ਕੇ ਨਾ ਉਹ ਮਰੇ ਤੇ ਨਾ ਉਹ ਜੀਵੇ। ਜੀ ਬਿਲਕੁਲ ਬਿਲਕੁਲ। ਅੱਛਾ, ਇਹਦੀ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਇਹ ਅਟੈਕਰ ਹੈਗਾ ਜਾਂ ਜਿਹੜਾ ਇਹ ਜ਼ੁਲਮ ਕਰਨ ਵਾਲਾ ਬੰਦਾ ਜਾਂ ਔਰਤ ਹੈ, ਕੋਈ ਉਹਨੂੰ ਕਿੰਨੀ ਕੁ ਸਜ਼ਾ ਇਸ ਜ਼ੁਲਮ ਬਦਲੇ ਹੋ ਸਕਦੀ ਆ ਜਾਂ ਹੋਈ ਆ? ਦੇਖੋ, ਐਸਿਡ ਅਟੈਕ ਦੇ ਵਿੱਚ ਜਦੋਂ 2013 ਤੋਂ ਪਹਿਲਾਂ ਔਰ 2013 ਤੋਂ ਬਾਅਦ ਬਹੁਤ ਡਿਫਰੈਂਸ ਹੈ। 2012 ਦੇ ਵਿੱਚ ਤੁਹਾਨੂੰ ਯਾਦ ਹੋਏਗਾ, ਦਸੰਬਰ ਦੇ ਵਿੱਚ ਇੱਕ ਨਿਰਭੈ ਰੇਪ ਕੇਸ ਹੋਇਆ ਸੀਗਾ ਦਿੱਲੀ ਦੇ ਵਿੱਚ। ਬੱਸ ਵਿੱਚ ਲੜਕੀ ਨਾਲ ਇੱਕ ਬਦਸਲੂਕੀ ਕੀਤੀ ਗਈ ਸੀਗੀ ਤੇ ਉਦੋਂ ਸਾਡਾ ਦੇਸ਼ ਹਾਲਾਂਕਿ ਅਜੇ ਵੀ ਸੋ ਰਿਹਾ ਹੈ, ਪਰ ਉਦੋਂ ਕੁਝ ਸਮੇਂ ਲਈ ਕੁਝ ਲੋਕ ਜਾਗੇ ਜਿਨ੍ਹਾਂ ਨੇ ਪ੍ਰੈਸ਼ਰ ਬਣਾਇਆ ਕਿ ਸਾਡੇ ਦੇਸ਼ ਨੂੰ ਕੁਝ ਸਖਤ ਕਾਨੂੰਨ ਚਾਹੀਦੇ ਨੇ। 2013 ਦੇ ਵਿੱਚ ਕ੍ਰਿਮੀਨਲ ਲਾਅ ਅਮੈਂਡਮੈਂਟ ਹੁੰਦੀ ਹੈ ਔਰ ਲਾਅ ਬਦਲਦੇ ਨੇ। ਲਾਅ ਬਦਲਦੇ ਨੇ, ਪਰ ਇਸ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ 2013 ਤੋਂ ਪਹਿਲਾਂ ਐਸਿਡ ਅਟੈਕ ਦੇ ਵਿੱਚ ਕੀ ਸੀਗਾ। 2013 ਤੋਂ ਪਹਿਲਾਂ ਐਸਿਡ ਅਟੈਕ ਬਾਰੇ ਕੋਈ ਗੱਲ ਵੀ ਨਹੀਂ ਕਰਦਾ ਸੀ, ਕਿਸੇ ਨੂੰ ਜਾਣਕਾਰੀ ਵੀ ਨਹੀਂ ਸੀ। ਮੈਂ ਕਹੂੰਗੀ ਅਜੇ ਵੀ ਜਾਣਕਾਰੀ ਨਹੀਂ ਹੈ ਲੋਕਾਂ ਨੂੰ। 2005 ਦੇ ਵਿੱਚ ਇੱਕ ਲੜਕੀ ਤੇ ਅਟੈਕ ਹੁੰਦਾ ਹੈ, ਲక్ష్ਮੀ ਨਾਮ ਹੈ ਉਹਦਾ। ਲక్ష్ਮੀ ਤੇ ਐਸਿਡ ਅਟੈਕ ਹੁੰਦਾ ਹੈ ਔਰ 2006 ਦੇ ਵਿੱਚ ਉਹ PIL ਪਾਉਂਦੀ ਹੈ, ਪਬਲਿਕ ਇੰਟਰਸਟ ਲਿਟੀਗੇਸ਼ਨ ਕੋਰਟ ਦੇ ਵਿੱਚ, ਕਿ ਇਹ ਜੋ ਲਾਅ ਹੈ ਐਸਿਡ ਅਟੈਕ ਤੇ ਉਹ ਸਫੀਸ਼ੀਐਂਟ ਨਹੀਂ ਹੈ। 2013 ਤੋਂ ਪਹਿਲਾਂ 320, 326 ਇਹ ਲੱਗਦੀ ਸੀ, ਇਹਦੇ ਅੰਡਰ ਪਨਿਸ਼ਮੈਂਟ ਮਿਲਦੀ ਸੀ IPC ਦੇ ਅੰਡਰ, ਜਿਹਦੇ ਕੀ ਪਨਿਸ਼ਮੈਂਟ ਮਿਲਦੀ ਸੀ, ਚਾਹੇ ਗਰਮ ਪਾਣੀ ਸੁੱਟਿਆ, ਚਾਹੇ ਗਰਮ ਚਾਹ ਸੁੱਟੀ, ਚਾਹੇ ਤੇਜ਼ਾਬ ਸੁੱਟਿਆ, ਪਨਿਸ਼ਮੈਂਟ ਉਹੀ 2, 3, 4 ਸਾਲ। ਕਿਆ ਇਹ ਬਹੁਤ ਥੋੜੀ ਹੈ? ਫਿਰ ਲక్ష్ਮੀ ਨੇ ਇਸ ਚੀਜ਼ ਨੂੰ ਚੈਲੰਜ ਕੀਤਾ ਕਿ ਪਨਿਸ਼ਮੈਂਟ ਨੂੰ ਵਧਾਇਆ ਜਾਏ। ਦੂਸਰੀ ਗੱਲ, ਇੱਕ ਉਹਨੇ ਚੈਲੰਜ ਕੀਤਾ ਜਿਹੜਾ ਕੰਪਨਸੇਸ਼ਨ ਮਿਲਦਾ ਸੀ 5000 ਤੋਂ 10000। 5000 10000 ਤਾਂ ਤੁਹਾਡੇ ਨਾਰਮਲ ਕੋਈ ਬੁਖਾਰ, ਟਾਈਫਾਈਡ ਹੋ ਜਾਏ, ਉੱਥੇ ਖਰਚਾ ਹੋ ਜਾਣਾ ਜੀ। ਖਰਚਾ ਤੁਸੀਂ ਕਿਵੇਂ ਸੋਚ ਸਕਦੇ, ਜਿਹੜਾ ਐਸਿਡ ਅਟੈਕ ਵਿਕਟਿਮ ਹੈ, ਜਿਹੜੀਆਂ 20 ਤੋਂ 30 ਸਰਜਰੀਆਂ ਹੁੰਦੀਆਂ, 5-10 ਹਜ਼ਾਰ ਦੇ ਵਿੱਚ ਉਹਦਾ ਖਰਚਾ ਚੱਲ ਜਾਏਗਾ। ਤੀਸਰੀ ਉਹਨੇ ਗੱਲ ਕਹੀ ਕਿ ਐਸਿਡ ਖੁੱਲ੍ਹੇਆਮ ਵਿਕਦਾ ਹੀ ਕਿਉਂ ਹੈ। ਇਹਨਾਂ ਚੀਜ਼ਾਂ ਨੂੰ ਚੈਲੰਜ ਕੀਤਾ ਗਿਆ ਔਰ ਫਿਰ ਨਿਰਭੈ ਕੇਸ ਦੇ ਪ੍ਰੈਸ਼ਰ ਦੇ ਨਾਲ, ਲక్ష్ਮੀ ਦੀ ਪਟੀਸ਼ਨ ਦੇ ਪ੍ਰੈਸ਼ਰ ਦੇ ਨਾਲ 2013 ਦੇ ਵਿੱਚ ਕ੍ਰਿਮੀਨਲ ਲਾਅ ਅਮੈਂਡਮੈਂਟ ਐਕਟ ਆਉਂਦਾ ਹੈ, ਜਿਹਦੇ ਵਿੱਚ ਪਹਿਲੀ ਵਾਰ 326A ਔਰ 326B ਇੰਡੀਅਨ ਪੀਨਲ ਕੋਡ ਦੇ ਵਿੱਚ ਇਨਕਲੂਡ ਕੀਤਾ ਜਾਂਦਾ ਹੈ। ਪਹਿਲੀ ਵਾਰ ਐਸਿਡ ਅਟੈਕ ਨੂੰ ਇੱਕ ਸੈਪਰੇਟ ਕ੍ਰਾਈਮ ਕਿਹਾ ਗਿਆ ਔਰ ਜਿਹਦੀ ਮਿਨੀਮਮ ਪਨਿਸ਼ਮੈਂਟ 10 ਸਾਲ ਤੋਂ ਲੈ ਕੇ ਲਾਈਫ ਇੰਪ੍ਰਿਜ਼ਨਮੈਂਟ ਤੱਕ ਰੱਖੀ ਗਈ। ਠੀਕ ਹੈ ਜੀ। और इवन अटेम्प्ट टू एसिड अटैक भी हुन पनिशेबल है कम से कम 7 साल तक। अच्छा जी। और कंपनसेशन लक्ष्मी दे केस तो बाद मिनिमम कंपनसेशन 3 लाख किया गया कि कम से कम एसिड अटैक विक्टिम ਨੂੰ 3 लाख कंपनसेशन ਤਾਂ दो। ਹਾਂਜੀ ਹਾਂਜੀ। ਤੋਂ ਬਾਅਦ ਹੋਰ ਵੀ ਕੇਸ ਆਏ, ਸੁਪਰੀਮ ਕੋਰਟ ਨੇ ਸਮਝਿਆ ਕਿ ਬਰਨ ਦੀ ਪਰਸੈਂਟੇਜ ਹੈ ਜੋ ਉਸ ਅਕੋਰਡਿੰਗਲੀ ਕੰਪਨਸੇਸ਼ਨ ਦਿੱਤਾ ਜਾਏ। ਸਟੈਪਸ ਬਣਾ ਦਿੱਤੀਆਂ ਗਈਆਂ ਕਿ 50% ਹੈ ਤਾਂ ਇੰਨਾ ਕੰਪਨਸੇਸ਼ਨ ਦਿੱਤਾ ਜਾਏਗਾ। ਤਾਂ ਤਕਰੀਬਨ 10-12 ਲੱਖ ਦੇ ਕਰੀਬ ਕੰਪਨਸੇਸ਼ਨ ਦਿੱਤਾ ਜਾਂਦਾ ਹੈ, ਡਿਪੈਂਡਿੰਗ ਔਨ ਕਿ ਕਿੰਨਾ ਪਰਸੈਂਟੇਜ ਬਰਨ ਹੈ। ਲਾਅ ਦੇ ਵਿੱਚ ਸਟ੍ਰਿਕਟ ਲਾਅ ਤਾਂ ਬਣ ਗਏ 2013 ਦੇ ਵਿੱਚ। ਹਾਂਜੀ। ਪਰ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਉਸ ਸਮੇਂ ਸੁਪਰੀਮ ਕੋਰਟ ਨੇ ਵੀ ਕਿਹਾ 2013 ਦੇ ਵਿੱਚ ਲక్ష్ਮੀ ਦੇ ਕੇਸ ਦਾ ਜੋ ਡਿਸੀਜ਼ਨ ਆਇਆ ਕਿ ਐਸਿਡ ਜੋ ਹੈ
ਫ੍ਰੀਲੀ ਸੇਲ ਨਹੀਂ ਹੋ ਸਕਦਾ, ਇਹ ਰੈਗੂਲੇਟ ਕੀਤਾ ਜਾਏਗਾ। ਹਾਂਜੀ ਇਹ ਬਹੁਤ ਜ਼ਰੂਰੀ ਹੈ। ਇਸ ਮੈਂ ਤੁਹਾਡੇ ਚੈਨਲ ਦੇ ਥਰੂ ਲੋਕਾਂ ਨੂੰ ਦੱਸਣਾ ਚਾਹੂੰਗੀ ਕਿ ਐਸਿਡ ਕੋਈ ਵੀ ਆਮ ਇਨਸਾਨ ਨਹੀਂ ਖਰੀਦ ਸਕਦਾ, ਕੋਈ ਹਾਂਜੀ ਵੀ ਆਮ ਸ਼ੌਪਕੀਪਰ ਐਸਿਡ ਨਹੀਂ ਸੇਲ ਕਰ ਸਕਦਾ, ਤੇਜ਼ਾਬ ਨਹੀਂ ਵੇਚ ਸਕਦਾ। ਅਗਰ ਉਹਦੇ ਕੋਲ ਲਾਇਸੈਂਸ ਹੈ ਤਾਂ ਹੀ ਉਹ ਸੇਲ ਕਰ ਸਕਦਾ ਹੈ। ਦੂਸਰੀ ਗੱਲ, ਜੋ ਖਰੀਦਦਾ ਹੈ ਉਹ 18 ਤੋਂ ਉੱਪਰ ਹੋਣਾ ਚਾਹੀਦਾ, ਉਹਨੂੰ ਹਾਂਜੀ ਆਪਣੀ ਆਇਡੈਂਟੀ ਕਾਰਡ ਦੇਣਾ ਪਏਗਾ ਸ਼ੌਪਕੀਪਰ ਨੂੰ, ਹਾਂਜੀ ਔਰ ਦੱਸਣਾ ਪਏਗਾ ਕਿ ਮੈਨੂੰ ਐਸਿਡ ਕਿਉਂ ਚਾਹੀਦਾ। ਚਾਹੀਦਾ ਹੈਗਾ। ਦੁਕਾਨਦਾਰ ਰਿਕਾਰਡ ਕਰੇਗਾ ਕਿ ਮੈਂ ਇੰਨੇ ml ਜਾਂ ਇੰਨੇ ਲੀਟਰ ਐਸਿਡ ਵੇਚਿਆ ਹੈ ਇਸ ਇਨਸਾਨ ਨੂੰ, ਇਹਦੀ ਇਹ ਆਈਡੀ ਹੈ, ਔਰ ਉਹ ਹਾਂਜੀ ਐਸਡੀਐਮ ਨੂੰ ਰਿਪੋਰਟ ਕਰੇਗਾ ਤਾਂ ਹਾਂਜੀ ਕਿ ਹਾਂਜੀ ਐਸਿਡ ਦਾ ਮਿਸਯੂਜ਼ ਨਾ ਹੋ ਸਕੇ। ਹਾਂਜੀ ਪਰ ਤੁਸੀਂ ਹੈਰਾਨ ਹੋਵੋਗੇ, ਪਿਛਲੇ ਹਫਤੇ ਹੀ ਮੈਂ ਹਾਂਜੀ ਚੰਡੀਗੜ੍ਹ ਦੇ ਵਿੱਚ ਰਹਿੰਦੀ ਹਾਂ, ਜਿਹੜਾ ਇੱਕ ਬਸਾਇਆ ਹੋਇਆ ਜਿਹਦੇ ਚ ਕਹਿੰਦੇ ਕਿ ਲਾਅ ਐਂਡ ਆਰਡਰ ਬੜਾ ਪ੍ਰੋਪਰ ਹੈ। ਹਾਂਜੀ ਇੰਡੀਆ ਦੀ ਗੱਲ ਛੱਡ ਦੋ, ਮੈਂ ਸਿਰਫ ਚੰਡੀਗੜ੍ਹ ਦੀ ਗੱਲ ਕਰ ਰਹੀ। ਮੇਰੇ ਘਰ ਦੇ ਬਾਹਰ ਹੀ ਮੋਟਰਸਾਈਕਲ ਤੇ ਆਦਮੀ ਕਹਿ ਰਿਹਾ ਤੇਜ਼ਾਬ ਲੈ ਲਓ, ਤੇਜ਼ਾਬ ਲੈ ਲਓ, ਹਾਂਜੀ 40 ਰੁਪਏ ਲੀਟਰ ਤੇਜ਼ਾਬ ਲੈ ਲਓ। ਦੱਸੋ, ਕਿੱਥੇ ਹੈ ਸਾਡਾ ਲਾਅ, ਲਾਅ ਹੈ ਹੀ ਕਿੱਥੇ ਹੈ ਨਹੀਂ ਸਾਡੀ ਜੀ। ਪਨਿਸ਼ਮੈਂਟ। ਹਾਂਜੀ ਔਰ ਜਦੋਂ ਕਰੋਨਾ ਦਾ ਸਮੇਂ ਸਭ ਨੂੰ ਯਾਦ ਹੈ, ਹਾਂਜੀ ਹਰ ਕੋਈ ਬੰਦ ਹੋ ਗਿਆ ਘਰਾਂ ਦੇ ਵਿੱਚ, ਹਾਂਜੀ ਕਈ ਵਾਰ ਤਾਂ ਸਬਜ਼ੀ ਦਾਲ ਖਰੀਦਣਾ ਵੀ ਮੁਸ਼ਕਿਲ ਹੋ ਗਿਆ, ਆਟਾ ਖਰੀਦਣਾ ਮੁਸ਼ਕਿਲ ਹੋ ਗਿਆ। ਹਾਂਜੀ ਉਸ ਸਮੇਂ ਵੀ ਐਸਿਡ ਹਾਂਜੀ ਅਟੈਕ ਹੋ ਰਹੇ ਸੀ। ਉਸ ਠੀਕ ਹੈ ਜੀ। ਸਮੇਂ ਹਾਂਜੀ 2020 ਦੇ ਵਿੱਚ, 2021 ਦੇ ਵਿੱਚ ਐਸਿਡ ਅਟੈਕ ਹੋ ਰਹੇ ਸੀ। ਪਟਿਆਲਾ ਦੇ ਵਿੱਚ ਇੱਕ ਔਰਤ ਤੇ ਉਹਦੇ ਹਸਬੰਡ ਨੇ ਐਸਿਡ ਪਾਇਆ ਓ ਕਿਉਂਕਿ ਉਹ ਬੇਟੀਆਂ ਨੂੰ ਜਨਮ ਓ ਦਿੱਤਾ, ਮਾਈ ਕਹਿੰਦਾ ਤੂੰ ਮੈਨੂੰ ਬੇਟਾ ਨਹੀਂ ਦੇ ਪਾਈ। ਦੱਸੋ। ਐਸਿਡ ਅਟੈਕ ਦੇ ਕੇਸ ਕਰੋਨਾ ਦੇ ਵਿੱਚ ਵੀ ਨਹੀਂ ਰੁਕੇ। ਇਹਦੇ ਤੋਂ ਪਤਾ ਚੱਲਦਾ ਹੈ ਕਿ ਜੋ ਡੈਟਰੈਂਟ ਇਫੈਕਟ ਹੈ, ਜਿੰਨਾ ਕਿ ਲਾਅ ਦੇ ਆਉਣ ਨਾਲ ਹੋਣਾ ਚਾਹੀਦਾ ਉਹ ਵੀ ਨਹੀਂ ਹੈ, ਜੋ ਐਸਿਡ ਦੀ ਸੇਲ ਰੈਗੂਲੇਟ ਹੋਣਾ ਚਾਹੀਦੀ ਸੀ ਉਹ ਵੀ ਨਹੀਂ ਹੈ। ਤਕਰੀਬਨ 10 ਸਾਲ ਹੋ ਜਾਣੇ ਨੇ ਅਗਲੇ ਸਾਲ ਹਾਂਜੀ ਬਿਨਾਂ ਲਾਜ਼ ਨੂੰ ਆਏ ਹੋਏ, ਪਰ ਉਹਦਾ ਇਫੈਕਟ ਅਜੇ ਤੱਕ ਵੀ ਤੁਸੀਂ ਨੈਗੇਟਿਵ ਹੀ ਦੇਖੋਗੇ। ਅੱਛਾ, ਤੁਸੀਂ ਨਾ ਇਹ ਜਿਹੜੀ ਇਹ ਸਾਰੇ ਜਿਹੜੇ ਵਿਕਟਮਸ ਹੈਗੇ ਆ ਐਸਿਡ ਦੇ, ਉਹਨਾਂ ਲਈ ਇੱਕ NGO ਵੀ ਬਣਾਈ ਆ, ਔਰ NGO ਕਿਸ ਤਰ੍ਹਾਂ ਉਹ ਫਾਰਮ ਕੀਤੀ ਤੁਸੀਂ, ਉਹਦਾ ਕੀ ਕੀ ਮਕਸਦ ਹੈ, ਉਹਦੇ ਨਾਲ ਹੋਰ ਵੀ ਤੁਹਾਡੇ ਐਸੋਸੀਏਟਸ ਹੋਣਗੇ, ਉਹਨਾਂ ਬਾਰੇ ਕੁਝ ਦੱਸੋ ਸਾਡੇ ਆਡੀਅנס ਨੂੰ। ਜੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ PhD ਕੀਤੀ ਲਾਅ ਦੇ ਵਿੱਚ। ਹਾਂਜੀ ਜਦੋਂ PhD ਕਰ ਰਹੀ ਸੀ ਮੈਂ, ਤੇ ਉਸ ਸਮੇਂ ਮੈਂ ਐਸਿਡ ਅਟੈਕ ਵਿਕਟਿਮਸ ਨੂੰ ਮਿਲੀ ਸੀਗੀ। ਹਾਂਜੀ ਤਾਂ ਕਿਤੇ ਨਾ ਕਿਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਜੋ ਵਿਕਟਿਮ ਨੇ, ਇਹਨਾਂ ਨੂੰ ਗਵਰਨਮੈਂਟ ਕੁਝ ਸਫੀਸ਼ੀਐਂਟ ਹੈਲਪ ਨਹੀਂ ਪ੍ਰੋਵਾਈਡ ਕਰ ਰਹੀ। ਹਾਂਜੀ ਅਟੈਕ ਹੋ ਜਾਂਦਾ ਹੈ, ਕੰਪਨਸੇਸ਼ਨ ਦੀ ਗੱਲ ਕਰ ਦਿੱਤੀ, ਪਰ ਕੰਪਨਸੇਸ਼ਨ ਮਿਲਣਾ ਸੌਖਾ ਨਹੀਂ ਹੈ। ਹਾਂਜੀ 2013 ਤੋਂ ਪਹਿਲਾਂ ਜਿਨ੍ਹਾਂ ਤੇ ਅਟੈਕ ਹੋਇਆ ਸੀਗਾ, ਲక్ష్ਮੀ ਦੇ ਕੇਸ ਤੋਂ ਪਹਿਲਾਂ ਅਟੈਕ ਹੋਇਆ ਸੀਗਾ, ਉਹਨਾਂ ਨੂੰ ਕੰਪਨਸੇਸ਼ਨ ਹੀ ਨਹੀਂ ਮਿਲ ਰਿਹਾ। ਹਾਂਜੀ ਕਹਿੰਦੇ ਤੁਹਾਡੇ ਪੁਰਾਣੇ ਕੇਸਿਸ ਨੇ, ਉਹਨਾਂ ਨੂੰ ਹਾਂਜੀ ਮੈਡੀਕਲ ਏਡ ਨਹੀਂ ਮਿਲ ਰਹੀ, ਬਹੁਤ ਹਾਂਜੀ ਸਾਰੀਆਂ ਪ੍ਰੋਬਲਮ। ਜਿਵੇਂ ਕਿ ਤੁਸੀਂ ਕਿਹਾ ਕਿ ਵਿਕਟਿਮ ਬਲੇਮਿੰਗ, ਕੁੜੀ ਤੇ ਇਲਜ਼ਾਮ ਲਗਾ ਦਿੱਤਾ ਜਾਂਦਾ ਹੈ। ਇੱਕ ਵਿਕਟਿਮ ਬਲੇਮਿੰਗ ਦੀ ਵੀ ਐਸਿਡ ਅਟੈਕ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਹੈ ਕਿ ਲੜਕੀਆਂ ਕੇਸ ਹੀ ਨਹੀਂ ਰਜਿਸਟਰ ਕਰਵਾਉਂਦੀਆਂ, ਪਰਿਵਾਰ ਸਾਥ ਨਹੀਂ ਦਿੰਦੇ, ਤੇਰੀ ਗਲਤੀ ਹੋਵੇ। ਠੀਕ ਹੈ। ਇਹੋ ਜਿਹੀਆਂ ਪ੍ਰੋਬਲਮਸ ਕਰਕੇ ਜਦੋਂ ਮੈਂ ਔਰ ਲక్ష్ਮੀ ਨੇ ਇਸ ਤੇ ਬੈਠ ਕੇ ਗੱਲ ਕੀਤੀ, ਤਾਂ ਅਸੀਂ ਕੈਂਪੇਨ ਸਟਾਰਟ ਕੀਤਾ ਅਵੇਅਰਨੈਸ ਦਾ, ਹਾਂਜੀ ਕਿ ਲੋਕਾਂ ਨੂੰ ਅਵੇਅਰਨੈਸ ਹੋਵੇ ਕਿ ਐਸਿਡ ਅਟੈਕ ਕੀ ਹੈ, ਔਰ ਐਸਿਡ ਰੈਗੂਲੇਟ ਹੈ, ਐਸਿਡ ਤੁਸੀਂ ਐਵੇਂ ਖਰੀਦ ਨਹੀਂ ਸਕਦੇ। ਦੁਕਾਨਦਾਰਾਂ ਨੂੰ ਸੈਂਸਿਟਾਈਜ਼ ਕਰਨਾ ਸ਼ੁਰੂ ਕੀਤਾ, ਪਰ ਹਾਂਜੀ ਉਹ ਵੀ ਚੀਜ਼ ਸਾਨੂੰ ਸਫੀਸ਼ੀਐਂਟ ਨਹੀਂ ਸੀ। ਤੇ ਅਸੀਂ ਕਿਹਾ ਕਿ ਹੁਣ ਜਿਹੜੇ ਐਸਿਡ ਅਟੈਕ ਵਿਕਟਿਮ ਨੇ, ਉਹਨਾਂ ਨੂੰ ਹੈਲਪ ਕਰਨ ਲਈ ਸਾਨੂੰ ਇੱਕ NGO ਬਣਾਉਣੀ ਪਏਗੀ, ਠੀਕ ਹੈ। ਜਿਹਦੇ ਥਰੂ ਅਸੀਂ ਉਹਨਾਂ ਨੂੰ ਹਰ ਤਰ੍ਹਾਂ ਦੀ ਸਪੋਰਟ ਦੇ ਪਾਈਏ। ਹਾਂਜੀ ਸਾਡੀ NGO ਐਸਿਡ ਅਟੈਕ ਵਿਕਟਿਮਸ ਨੂੰ ਲੀਗਲ ਏਡ ਪ੍ਰੋਵਾਈਡ ਕਰਦੀ ਹੈ, ਮੈਡੀਕਲ ਏਡ 'ਚ ਹੈਲਪ ਕਰਦੀ ਹੈ, ਜਿਵੇਂ ਕਿ ਉਹਨਾਂ ਨੂੰ ਹਸਪੀਟਲ ਲੈ ਕੇ ਜਾਣਾ, ਉਹਨਾਂ ਦਾ ਟਾਈਮ ਤੇ ਟ੍ਰੀਟਮੈਂਟ ਹੋਣਾ, ਵੈਰੀ ਗੁੱਡ। ਉਹਨਾਂ ਨੂੰ ਗਵਰਨਮੈਂਟ ਵੱਲੋਂ ਮਿਲਦਾ ਹੋਇਆ ਕੰਪਨਸੇਸ਼ਨ, ਜਿੰਨਾ ਵੀ ਜ਼ਰੂਰੀ ਕੰਪਨਸੇਸ਼ਨ ਮਿਲ ਸਕਦਾ ਉਹ ਦਿਲਵਾਣਾ। ਕੋਈ ਹਾਂਜੀ ਵੀ ਗਵਰਨਮੈਂਟ ਦੀ ਨਵੀਂ ਪਾਲਿਸੀ ਆਂਦੀ ਉਹ ਦਿਲਵਾਣੀ, ਗਵਰਨਮੈਂਟ ਨੂੰ ਰਿਕੁਐਸਟ ਕਰਕੇ ਉਹਨਾਂ ਨੂੰ ਜੌਬ ਦਿਲਵਾਣਾ, ਹਾਂਜੀ ਕਾਉਂਸਲਿੰਗ ਕਰਨੀ ਉਹਨਾਂ ਨੂੰ। ਸਭ ਤੋਂ ਪਹਿਲਾਂ ਜੋ ਸਭ ਤੋਂ ਜ਼ਰੂਰੀ ਕੰਮ ਹੈ ਕਾਉਂਸਲਿੰਗ ਕਰਨੀ, ਕਿ ਐਸਿਡ ਅਟੈਕ ਤਾਂ ਹੋ ਗਿਆ ਪਰ ਲਾਈਫ ਅਜੇ ਵੀ ਬਚੀ ਹੈ, ਤੁਸੀਂ ਅਜੇ ਵੀ ਜੀਣਾ ਹੈ, ਇਹ ਹਾਂਜੀ ਚੀਜ਼ ਖਤਮ ਨਹੀਂ ਹੋ ਜਾਂਦੀ। ਉਹਨਾਂ ਦੇ ਹਾਂਜੀ ਹਾਂਜੀ ਪਰਿਵਾਰ ਨੂੰ ਕਾਉਂਸਲਿੰਗ ਕਰਨਾ। ਔਰ ਅਸੀਂ ਇੱਕ ਦੋ ਪ੍ਰੋਜੈਕਟ ਵੀ ਸਟਾਰਟ ਕੀਤੇ ਨੇ, ਜਿਵੇਂ ਕਿ ਮਿੱਟੀ ਹੈਂਡਪ੍ਰਿੰਟਸ ਹੈ, ਜਿਹਦੇ ਵਿੱਚ ਅਸੀਂ ਉਹਨਾਂ ਨੂੰ ਮਿੱਟੀ ਦੇ ਪ੍ਰੋਡਕਟਸ, ਜਿਵੇਂ ਭਾਂਡੇ ਹੋ ਗਏ, ਗਮਲੇ ਹੋ ਗਏ, ਚੀਜ਼ਾਂ, ਪੇਂਟਿੰਗ ਸਿਖਾਉਂਦੇ ਆ, ਤਾਂ ਕਿ ਉਹ ਕੁਝ ਆਪਣਾ ਮਾਈਂਡ ਡਾਇਵਰਟ ਕਰ ਪਾਉਣ ਔਰ ਆਪਣੀ ਕੁਝ ਇਕਨੋਮਿਕਲੀ ਕੁਝ ਚੀਜ਼ ਇਕਨੋਮਿਕਲੀ ਸਫੀਸ਼ੀਐਂਟ ਹੋ ਪਾਉਣ। ਅਸੀਂ ਇੱਕ ਸ਼ੈਲਟਰ ਹੋਮ ਵੀ ਖੋਲਿਆ ਹੈ ਦਿੱਲੀ ਦੇ ਵਿੱਚ,
ਦਿੱਲੀ ਦੇ ਵਿੱਚ ਸ਼ੈਲਟਰ ਹੋਮ ਬਣਾਉਣ ਦਾ ਸਾਡਾ ਇਹ ਪਰਪਸ ਹੈ, ਇੱਕ ਤਰੀਕੇ ਨਾਲ ਵਨ ਸਟਾਪ ਸੈਂਟਰ। ਜ਼ਿਆਦਾਤਰ ਐਸਿਡ ਅਟੈਕ ਵਿਕਟਿਮ ਦੇ ਇਲਾਜ ਅਸੀਂ ਏਮਸ ਤੋਂ, ਅਪੋਲੋ ਤੋਂ ਜਾਂ ਸਫਦਰਜੰਗ ਹਸਪੀਟਲ ਦਿੱਲੀ ਤੋਂ ਕਰਵਾਉਂਦੇ ਹਾਂ, ਕਿਉਂਕਿ ਉੱਥੇ ਦੀ ਸਰਵਿਸਿਜ਼ ਅੱਛੀਆਂ ਨੇ। ਹਾਂਜੀ ਹਾਂਜੀ। ਜਦੋਂ ਵੀ ਕੋਈ ਕਿਸੇ ਵੀ ਸਟੇਟ ਤੋਂ, ਚਾਹੇ ਉਹ ਪੰਜਾਬ ਹੈ ਜਾਂ ਬਿਹਾਰ ਹੈ ਜਾਂ ਬੈਂਗਲੌਰ ਤੋਂ, ਕੋਈ ਵੀ ਵਿਕਟਿਮ ਜਿਵੇਂ ਦਿੱਲੀ 'ਚ ਟ੍ਰੀਟਮੈਂਟ ਕਰਵਾਉਣ ਜਾਂਦਾ ਹੈ, ਉਸ ਸਮੇਂ ਖਰਚਾ ਉਹਨਾਂ ਦਾ ਬਹੁਤ ਹੋ ਜਾਂਦਾ ਹੈ। ਉੱਥੇ ਰਹਿਣ ਦਾ ਖਰਚਾ ਵੀ ਬਹੁਤ ਹੋ ਜਾਂਦਾ ਹੈ। ਕਈ ਵਾਰ ਜਦੋਂ ਇਨਸਾਨ ਪਰਿਵਾਰ ਨਾਲ ਆਉਂਦਾ, ਪਰਿਵਾਰ ਨੂੰ ਰਹਿਣ ਦੀ ਜਗ੍ਹਾ ਨਹੀਂ ਮਿਲਦੀ, ਇਸ ਲਈ ਉਹਨਾਂ ਨੂੰ ਫ੍ਰੀ ਆਫ ਕਾਸਟ ਉੱਥੇ ਰਹਿਣ ਦਿੰਦੇ ਆ। ਉਹਨਾਂ ਦਾ ਖਾਣਾ ਪਾਣੀ, ਉਹਨਾਂ ਦਾ ਕਾਉਂਸਲਿੰਗ ਜਾਂ ਕੋਈ ਵੀ ਕੇਸ ਦੀ ਡਿਟੇਲ ਹੁੰਦੀ ਹੈ, ਸਭ ਕੁਝ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ ਉਸ ਸ਼ੈਲਟਰ ਦੇ ਵਿੱਚ। ਔਰ ਜਿੰਨਾ ਵੀ ਹੋ ਸਕਦਾ ਹੈ ਅਸੀਂ ਆਪਣੇ ਵੱਲੋਂ ਮਦਦ ਕਰਦੇ ਹਾਂ। ਇਹਦੇ ਵਿੱਚ ਮੈਂ ਔਰ ਲక్ష్ਮੀ ਅਸੀਂ ਦੋਨੋਂ ਪਾਰਟਨਰ ਹਾਂ ਜੋ ਸ਼ੁਰੂ ਤੋਂ ਨਾਲ ਹੈ, ਔਰ ਸਾਡੇ ਬਾਕੀ ਟੀਮ ਮੈਂਬਰ ਸਾਨੂੰ ਹਮੇਸ਼ਾ ਸਪੋਰਟ ਕਰਦੇ। ਅੱਛਾ, ਤੁਸੀਂ ਇੰਨੀ ਸਮਾਜ ਦੀ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਹੋ, ਫੁੱਲ ਟਾਈਮ ਮੇਰੇ ਖਿਆਲ ਤੁਸੀਂ ਇਹ ਕੰਮ ਕਰ ਰਹੇ ਹੋ। ਤੁਹਾਡਾ ਚੰਗਾ ਮਾੜਾ ਤਜਰਬਾ ਵੀ ਇਸ ਲਾਈਨ ਦੇ ਵਿੱਚ ਹੋਵੇਗਾ। ਸਮਾਜ ਦੇ ਲੋਕਾਂ ਨੂੰ ਤੁਸੀਂ ਬਹੁਤ ਨੇੜੇ ਤੋਂ ਦੇਖ ਰਹੇ ਹੋ। ਤੁਹਾਡਾ ਇਸ ਸਮਾਜ ਦੇ ਬਾਰੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਜੀ, ਸਭ ਤੋਂ ਜ਼ਰੂਰੀ ਗੱਲ ਹੈ ਕਿ ਜੋ ਮੈਂ ਸਮਝਿਆ ਹੈ, ਕਿਉਂਕਿ ਮੈਂ ਜਿਵੇਂ ਦੱਸਿਆ ਕਿ ਅਸੀਂ 3 ਸਿਸਟਰਸ ਸੀਗੀਆਂ। ਹਾਂਜੀ। ਤੁਹਾਨੂੰ ਇੱਕ ਗੱਲ ਦੱਸੂਗੀ ਕਿ ਮੈਂ ਆਪਣੇ ਬ੍ਰਦਰ ਤੋਂ ਬਾਅਦ ਆ। ਹਾਂਜੀ। ਇੱਕ ਲੜਕੇ ਤੋਂ ਬਾਅਦ ਪੈਦਾ ਹੋਣਾ, ਤੇ ਸਮਾਜ ਕਿਤੇ ਨਾ ਕਿਤੇ ਕਹਿੰਦਾ ਕਿ ਹਾਂ ਇੱਕ ਹੋਰ ਬੇਟੀ ਆ ਗਈ ਜਾਂ ਇਹ ਐਕਸਟਰਾ ਆ ਗਈ। ਤੇ ਉਹ ਜੇ ਸਮਾਜ ਦੇ ਲੋਕਾਂ ਨੇ ਮੈਨੂੰ, ਕਈਆਂ ਨੇ ਐਕਸਟਰਾ ਕਿਹਾ, ਤੇ ਮੈਂ ਉਹਨਾਂ ਨੂੰ ਕਹੂੰਗੀ ਹਾਂ ਮੈਂ ਐਕਸਟਰਾ ਹਾਂ, ਮੈਂ ਐਕਸਟਰਾ ਆਰਡੀਨਰੀ ਹਾਂ। ਹਰ ਲੜਕੀ ਜਿਹਨੂੰ ਤੁਸੀਂ ਐਕਸਟਰਾ ਕਹਿੰਦੇ ਹੋ, ਉਹ ਐਕਸਟਰਾ ਆਰਡੀਨਰੀ ਹੈ। ਐਕਸਟਰਾ ਆਰਡੀਨਰੀ ਬਣ ਸਕਦੀ ਹੈ ਜਦੋਂ ਅਸੀਂ ਉਹਨੂੰ ਸਪੋਰਟ ਕਰਾਂਗੇ। ਵੈਰੀ ਗੁੱਡ, ਵੈਰੀ ਗੁੱਡ। ਹਿਊਮੈਨਿਟੀ ਸਭ ਤੋਂ ਉੱਪਰ ਹੈ। ਮੈਂ ਇਹ ਨਹੀਂ ਕਹੂੰਗੀ ਲੜਕਾ ਸੁਪੀਰੀਅਰ ਹੈ ਜਾਂ ਲੜਕੀ ਸੁਪੀਰੀਅਰ ਹੈ। ਸਭ ਤੋਂ ਸੁਪੀਰੀਅਰ ਚੀਜ਼ ਹੈ ਸਾਡੇ ਵਿੱਚ ਇਨਸਾਨੀਅਤ। ਅਸੀਂ ਇਨਸਾਨ ਬਣ ਕੇ ਰਹੀਏ। ਸਾਡਾ ਜਿਹੜਾ ਕਨਸਟੀਟਿਊਸ਼ਨ ਹੈ, ਜਿਹਨੂੰ ਪੜ੍ਹ ਕੇ ਮੇਰੀ ਸੋਚ ਬਹੁਤ ਬਦਲੀ, ਸਾਡਾ ਭਾਰਤ ਦਾ ਸੰਵਿਧਾਨ, ਉਹ ਸ਼ੁਰੂ ਹੁੰਦਾ ਹੈ ਵੀ ਦ ਪੀਪਲ ਆਫ ਇੰਡੀਆ। ਵੀ ਮਤਲਬ ਅਸੀਂ। ਉਹ ਇਹ ਨਹੀਂ ਕਹਿੰਦਾ ਆਈ ਦ ਪੀਪਲ ਆਫ ਇੰਡੀਆ, ਇੱਕ ਜਾਣੇ ਨੂੰ, ਉਹ ਕਹਿੰਦਾ ਵੀ। ਅਸੀਂ ਜਦੋਂ ਵੀ ਦੀ ਗੱਲ ਹੋ ਗਈ ਨਾ, ਜਦੋਂ ਅਸੀਂ ਆ ਗਏ, ਸਭ ਆ ਗਏ, ਉਹਦੇ ਵਿੱਚ ਔਰਤ ਵੀ ਆਉਂਦਾ, ਮਰਦ ਵੀ ਆਉਂਦਾ, ਉਹਦੇ ਵਿੱਚ ਟਰਾਂਸਜੈਂਡਰ ਵੀ ਆਉਂਦਾ ਹੈ। ਅਸੀਂ ਇਸ ਸਮਾਜ ਨੂੰ ਵੀ ਲੈ ਕੇ ਚੱਲੀਏ। ਮੈਂ ਹਮੇਸ਼ਾ ਇਨਸਾਨ ਨੂੰ ਖਤਮ ਕਰ ਦਿੰਦੀ ਹੈ, ਔਰ ਜਦੋਂ ਅਸੀਂ ਹੁੰਦੇ ਆ ਉਦੋਂ ਸਾਡਾ ਕੋਈ ਨਹੀਂ ਵਿਗਾੜ ਸਕਦਾ। ਪਰਿਵਾਰ ਦੇ ਵਿੱਚ ਇਕੁਐਲਿਟੀ ਹੋਣਾ ਬਹੁਤ ਜ਼ਰੂਰੀ ਹੈ, ਸਮਾਨਤਾ ਹੋਣੀ ਬਹੁਤ ਜ਼ਰੂਰੀ ਹੈ। ਅਸੀਂ ਆਪਣੇ ਬੱਚਿਆਂ ਨੂੰ ਇਕੁਅਲ ਰੱਖੀਏ, ਚਾਹੇ ਲੜਕਾ ਚਾਹੇ ਲੜਕੀ। ਪਰ ਇੱਕ ਚੀਜ਼ ਅਸੀਂ ਨਾ ਭੁੱਲੀਏ, ਜਦੋਂ ਅਸੀਂ ਬੱਚਿਆਂ ਨੂੰ ਇਕੁਅਲ ਰੱਖ ਰਹੇ ਹਾਂ, ਤੇ ਮਾਤਾ ਪਿਤਾ ਨੂੰ ਵੀ ਇਕੁਅਲ ਹੋ ਕੇ ਦਿਖਾਣਾ ਪਏਗਾ, ਜੋ ਕੇਅਰ ਗਿਵਰ ਨੇ। ਇਹ ਨਾ ਹੋਵੇ ਕਿ ਮਾਂ ਸਾਰਾ ਦਿਨ ਬਾਹਰ ਆਫਿਸ 'ਚ ਵੀ ਕੰਮ ਕਰਕੇ ਆਏ, ਔਰ ਸ਼ਾਮ ਨੂੰ ਪਰਿਵਾਰ ਦੇ ਵਿੱਚ ਬੈਠ ਕੇ ਸਿਰਫ ਉਹੀ ਰਸੋਈ ਦਾ ਕੰਮ ਕਰੇ। ਆਦਮੀ ਵੀ ਉਹ ਕੰਮ ਕਰ ਸਕਦਾ ਹੈ, ਮਦਦ ਕਰ ਸਕਦਾ ਹੈ। ਕੋਈ ਕਿਸੇ ਦਾ ਗੁਲਾਮ ਜਾਂ ਉਹ ਨਹੀਂ ਹੋ ਜਾਂਦਾ, ਕਿ ਨੀਵਾਂ ਨਹੀਂ ਹੋ ਜਾਂਦਾ। ਇੱਕ ਦੂਸਰੇ ਦੀ ਮਦਦ ਕਰਨ ਨਾਲ ਅਸੀਂ ਇੱਕ ਦੂਸਰੇ ਨੂੰ ਸੰਪੂਰਨ ਕਰਦੇ ਹਾਂ, ਪੂਰਾ ਕਰਦੇ ਹਾਂ। ਉਸ ਵੇਲੇ ਹੀ ਅਸੀਂ ਇੱਕ ਦੂਸਰੇ ਨੂੰ ਪਾਰਟਨਰ ਕਹਿ ਸਕਦੇ ਹਾਂ। ਤੇ ਹਮੇਸ਼ਾ ਇਕੁਐਲਿਟੀ ਵੀ ਨੂੰ ਲੈ ਕੇ ਚੱਲੋ, ਔਰ ਰੱਬ 'ਚ ਵਿਸ਼ਵਾਸ ਰੱਖੋ ਕਿ ਅਗਰ ਅਸੀਂ ਅੱਛਾ ਕਰਾਂਗੇ ਤੇ ਹਮੇਸ਼ਾ ਸਾਡੇ ਨਾਲ ਅੱਛਾ ਹੀ ਹੋਵੇਗਾ। ਵੈਰੀ ਗੁੱਡ। ਅੱਛਾ ਨਵਪ੍ਰੀਤ, ਇੱਕ ਪਰਸਨਲ ਜਿਹਾ ਸਵਾਲ ਹੈ, ਵੈਸੇ ਤੇ ਨਹੀਂ ਪੁੱਛਣਾ ਚਾਹੀਦਾ, ਪੁੱਛ ਲੈਣਾ ਵੀ ਮੈਂ ਸਮਝਦਾ ਕੋਈ ਹੱਦ ਨਹੀਂ। ਤੁਸੀਂ ਵੀ ਵਕੀਲ ਹੋ, ਤੁਹਾਡੇ ਹਸਬੈਂਡ ਵੀ ਵਕੀਲ ਹੈ, ਤੁਹਾਡੀ ਕਦੀ ਕੋਈ ਨੋਕ ਝੋਕ ਆਪਣੋ ਘਰ ਦੇ ਵਿੱਚ ਹੋਈ? ਦੇਖੋ, ਨੋਕ ਝੋਕ ਹੋਣਾ ਤਾਂ ਬਿਲਕੁਲ ਹੁੰਦੀ ਰਹਿੰਦੀ ਹੈ, ਹੋਣੀ ਵੀ ਚਾਹੀਦੀ ਹੈ, ਕਿਉਂਕਿ ਇੱਕ ਦੂਸਰੇ ਦੇ ਖਿਆਲ ਪਤਾ ਚੱਲਦੇ ਨੇ। ਪਰ ਮੈਂ ਇੱਕ ਗੱਲ ਕਹੂੰਗੀ ਕਿ ਮੈਂ ਐਸੇ ਪਰਿਵਾਰ ਦੇ ਵਿੱਚ ਆਈ ਹਾਂ ਜਿਹਦੇ ਵਿੱਚ ਵੂਮਨ ਦੀ ਰਿਸਪੈਕਟ ਕੀਤੀ ਜਾਂਦੀ ਹੈ। ਜਿਸ ਪਰਿਵਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਿਆ ਜਾਂਦਾ ਹੈ, ਔਰ ਗੁਰੂ ਨਾਨਕ ਦੇਵ ਜੀ ਦੀ ਕਹੀ ਹੋਈ ਗੱਲ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਉਸ ਗੱਲ ਨੂੰ ਮੰਨਿਆ ਜਾਂਦਾ ਹੈ। ਔਰ ਪਰਿਵਾਰ ਦੇ ਵਿੱਚ ਸਾਡੀ ਇੱਕ ਬੱਚੀ ਹੈ, ਔਰ ਮੈਨੂੰ ਕਦੀ ਇਹ ਚੀਜ਼ ਦਾ ਮਹਿਸੂਸ ਨਹੀਂ ਹੋਣ ਦਿੱਤਾ ਕਿਸੇ ਨੇ ਵੀ ਕਿ ਮੇਰੀ ਬੇਟੀ ਹੈ, ਬੇਟਾ ਨਹੀਂ ਹੈ।
ਔਰ ਇਸ ਚੀਜ਼ ਨੂੰ ਬੈਲੈਂਸ ਬਣਾਉਣਾ, ਸਮਝਣਾ, ਇੱਕ ਦੂਸਰੇ ਨੂੰ ਸਮਝਾਉਣਾ, ਆਪਣੇ ਪਾਰਟਨਰ ਨੂੰ ਆਪਣੀ ਸੋਚ ਦੇ ਨਾਲ ਇੱਕ ਇਕੁਐਲਿਟੀ ਵਾਲੀ ਭਾਵਨਾ, ਇਹ ਸਾਨੂੰ ਵੀ ਇੱਕ ਸਟੈਪ ਲੈਣਾ ਪੈਂਦਾ ਹੈ। ਸਾਨੂੰ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ ਹਮੇਸ਼ਾ ਆਪਣੇ ਪਰਿਵਾਰ ਦੇ ਵਿੱਚ, ਚਾਹੇ ਉਹ ਤੁਹਾਡੇ ਹਸਬੈਂਡ ਹੈ, ਚਾਹੇ ਬ੍ਰਦਰ ਹੈ, ਚਾਹੇ ਫਾਦਰ ਹੈ। ਜਦੋਂ ਤੁਸੀਂ ਆਪਣੇ ਵਿਚਾਰ ਦੱਸੋਗੇ ਤਾਂ ਹੀ ਸਾਹਮਣੇ ਵਾਲਾ ਤੁਹਾਡੇ ਵਿਚਾਰਾਂ ਨੂੰ ਸਮਝ ਪਾਏਗਾ, ਨਹੀਂ ਤਾਂ ਹਮੇਸ਼ਾ ਤੁਹਾਡੇ ਵਿੱਚ ਡਿਫਰੈਂਸ ਵੀ ਹੋ ਸਕਦੇ ਨੇ। ਅੱਛਾ, ਤੁਹਾਡੇ ਹਸਬੈਂਡ ਦਾ ਪੂਰਾ ਸਹਿਯੋਗ ਹੈ ਤੁਹਾਡੀ ਜਿਹੜੀ ਤੁਸੀਂ ਇਹ ਸੇਵਾ ਕਰ ਰਹੇ ਆ ਸਮਾਜ ਦੇ ਲੋੜਵੰਦ ਲੋਕਾਂ ਦੀ? ਹਸਬੈਂਡ ਪੂਰਾ ਸਹਿਯੋਗ ਦੇ ਰਹੇ ਹੈ? ਜੀ ਬਿਲਕੁਲ ਜੀ, ਉਹ ਮੇਰਾ ਹਰ ਸਮੇਂ ਸਹਿਯੋਗ ਕਰਦੇ ਨੇ। ਕਦੀ ਵੀ ਮੈਨੂੰ ਐਵੇਂ ਨਹੀਂ ਲੱਗਿਆ ਕਿ ਉਹਨਾਂ ਨੇ ਇਸ ਚੀਜ਼ ਨੂੰ ਨੈਗੇਟਿਵ ਵੇ ਨਾਲ ਦੇਖਿਆ। ਹਮੇਸ਼ਾ ਉਹਨਾਂ ਵੱਲੋਂ ਮੈਨੂੰ ਸ਼ਾਬਾਸ਼ੀ ਰਹੀ ਹੈ। ਜਿਵੇਂ ਮੇਰੇ ਫਾਦਰ ਮੈਨੂੰ ਸ਼ਾਬਾਸ਼ੀ ਦਿੰਦੇ ਸੀ, ਜਿਵੇਂ ਮੇਰੇ ਫਾਦਰ ਕਰਕੇ ਮੈਂ ਅੱਜ ਤੱਕ ਇਸ ਜਗ੍ਹਾ ਤੇ ਪਹੁੰਚ ਪਾਈ ਹਾਂ, ਉਸੇ ਤਰੀਕੇ ਨਾਲ ਮੇਰੇ ਹਸਬੈਂਡ ਨੇ ਵੀ ਮੈਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਮੈਨੂੰ ਕਦੀ ਰੋਕਿਆ ਨਹੀਂ, ਹਮੇਸ਼ਾ ਮੇਰਾ ਸਾਥ ਦਿੱਤਾ ਹੈ। ਕਦੀ ਉਹਨਾਂ ਨੇ ਸ਼ਿਕਾਇਤ ਨਹੀਂ ਕੀਤੀ ਵੀ ਉਹਨਾਂ ਵੱਲ ਤੁਸੀਂ ਘੱਟ ਧਿਆਨ ਦੇ ਰਹੇ ਆ, ਤੁਸੀਂ ਇਸ ਸੇਵਾ ਵਿੱਚ ਹੀ ਲੱਗੇ ਆ? ਦੇਖੋ, ਇੱਕ ਗੱਲ ਹੁੰਦੀ ਹੈ, ਹਮੇਸ਼ਾ ਮੈਂ ਦੇਖਿਆ ਹੈ ਪਰਿਵਾਰਾਂ ਦੇ ਵਿੱਚ ਰਹਿ ਕੇ ਜਾਂ ਸਮਾਜ ਦੇ ਵਿੱਚ ਰਹਿ ਕੇ, ਇੱਕ ਚੀਜ਼ ਹੁੰਦੀ ਹੈ ਕਿ ਲੜਕੀ ਹਮੇਸ਼ਾ ਇਹ ਕੰਪਲੇਨ ਕਰਦੀ ਰਹਿੰਦੀ, ਮੇਰਾ ਹਸਬੈਂਡ ਬਿਜ਼ੀ ਹੈ, ਮੇਰਾ ਹਸਬੈਂਡ ਬਿਜ਼ੀ ਹੈ। ਔਰ ਜਦੋਂ ਲੜਾਈਆਂ ਹੁੰਦੀਆਂ ਹੈ, ਫੋਨ ਕਰਨਾ, ਤੁਸੀਂ ਆਏ ਨਹੀਂ, ਤੁਸੀਂ ਸਮੇਂ ਸਿਰ ਨਹੀਂ ਪਹੁੰਚੇ, ਮੈਂ ਘਰ 'ਚ ਬੈਠੀ ਰਹਿੰਦੀ ਹਾਂ। ਮੈਂ ਇਸ ਚੀਜ਼ ਨੂੰ ਸਮਝਿਆ, ਮੈਂ ਸਮਝਿਆ ਕਿ ਬਜਾਏ ਕਿ ਮੈਂ ਕੰਪਲੇਨ ਕਰਾਂ, ਮੈਂ ਖੁਦ ਨੂੰ ਬਿਜ਼ੀ ਕਰਾਂ ਅੱਛੇ ਕੰਮਾਂ ਦੇ ਵਿੱਚ। ਆਟੋਮੈਟਿਕਲੀ ਮੇਰੀ ਲਾਈਫ ਦੀ ਜਰਨੀ ਐਵੇਂ ਦੀ ਰਹੀ ਹੈ ਕਿ ਮੈਂ ਬਿਜ਼ੀ ਹੋ ਗਈ, ਪਰ ਮੈਂ ਇਹ ਨਹੀਂ ਕੀਤਾ ਕਿ ਮੈਂ ਆਪਣੇ ਪਰਿਵਾਰ ਨੂੰ ਕਾਰਨਰ ਕਰ ਦਿੱਤਾ। ਪਰਿਵਾਰ ਹਮੇਸ਼ਾ, ਜਦੋਂ ਨਵਪ੍ਰੀਤ ਕੌਰ, ਡਾਕਟਰ ਨਵਪ੍ਰੀਤ ਕੌਰ ਜਾਂ ਸੋਸ਼ਲ ਵਰਕਰ ਜਾਂ ਵਕੀਲ ਬਾਅਦ ਵਿੱਚ ਹੈ, ਜਦੋਂ ਉਹ ਸਵੇਰੇ ਉੱਠਦੀ ਹੈ ਤਾਂ ਉਹ ਇੱਕ ਮਦਰ ਹੈ, ਇੱਕ ਪਰਿਵਾਰ ਦੀ ਬਹੂ ਹੈ, ਇੱਕ ਵਾਈਫ ਹੈ। ਇਹ ਚੀਜ਼ ਮੈਂ ਕਦੀ ਨਹੀਂ ਭੁੱਲਦੀ। ਔਰ ਜਦੋਂ ਮੇਰਾ ਦਿਨ ਖਤਮ ਹੁੰਦਾ ਹੈ, ਮੈਂ ਇਸੇ ਸੋਚ ਦੇ ਨਾਲ ਆਪਣਾ ਦਿਨ ਖਤਮ ਕਰਦੀ ਹਾਂ। ਜਦੋਂ ਇਹ ਚੀਜ਼ਾਂ ਤੁਹਾਡੇ ਦਿਮਾਗ 'ਚ ਹੋਣ ਤਾਂ ਪਰਿਵਾਰ ਦੇ ਵਿੱਚ ਤੁਸੀਂ ਇਕਜੁੱਟ ਹੋ ਕੇ ਰਹਿੰਦੇ ਹੋ ਔਰ ਕਿਸੇ ਨੂੰ ਕੋਈ ਕੰਪਲੇਂਟ ਦਾ ਮੌਕਾ ਨਹੀਂ ਮਿਲਦਾ। ਠੀਕ ਹੈ ਜੀ। ਅੱਛਾ, ਅੰਤ ਵਿੱਚ, ਅਖੀਰ ਦੇ ਵਿੱਚ ਤੁਸੀਂ ਸੁਸਾਇਟੀ ਨੂੰ, ਸਮਾਜ ਦੇ ਲੋਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਜੀ, ਜਿਵੇਂ ਕਿ ਮੈਂ ਪਹਿਲਾਂ ਕਿਹਾ, ਹਰ ਇਨਸਾਨ ਬਰਾਬਰ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਅਤੇ ਪਰਿਵਾਰਾਂ ਦੇ ਵਿੱਚ ਪਿਆਰ ਹੋਣਾ ਜ਼ਰੂਰੀ ਹੈ, ਇੱਕ ਦੂਸਰੇ ਨੂੰ ਸਮਝਣਾ ਜ਼ਰੂਰੀ ਹੈ। ਆਦਮੀਆਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਔਰਤ ਵੀ ਰੱਬ ਦਾ ਬਣਾਇਆ ਹੋਇਆ ਰੂਪ ਹੈ। ਰੱਬ ਦੇ ਬਣਾਏ ਹੋਏ ਰੂਪ ਦੀ ਰਿਸਪੈਕਟ ਕਰੋ, ਨਿਰਾਦਰ ਨਾ ਕਰੋ, ਔਰ ਉਹਦੀ ਰਿਸਪੈਕਟ ਕਰੋਗੇ ਤੇ ਤੁਹਾਡੀ ਰਿਸਪੈਕਟ ਡਬਲ ਹੋਏਗੀ। ਹਮੇਸ਼ਾ ਈਗੋ ਨੂੰ ਪਿੱਛੇ ਰੱਖ ਕੇ ਪੋਜ਼ਿਟਿਵਿਟੀ ਦੇ ਨਾਲ ਇਸ ਸੰਸਾਰ ਨੂੰ ਨਾਲ ਲੈ ਕੇ ਚੱਲਦੇ ਹੋਏ ਇਹ ਸੋਚੋ ਕਿ ਮੈਂ ਸੰਸਾਰ ਲਈ ਕੀ ਕਰਕੇ ਜਾਵਾਂਗਾ, ਤਾਂ ਕਿ ਕੱਲ ਨੂੰ ਮੇਰੇ ਬੱਚੇ ਜੋ ਹੈ ਪਿੱਛੋਂ ਅੱਛਾ ਜੀਵਨ ਬਿਤਾ ਸਕਣ ਔਰ ਉਹਨਾਂ ਨੂੰ ਅੱਛਾ ਸਮਾਜ ਮਿਲੇ। ਠੀਕ ਹੈ। ਅੱਛਾ ਨਵਪ੍ਰੀਤ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਵਧੀਆ ਵਧੀਆ ਗੱਲਾਂ ਕੀਤੀਆਂ ਸਾਡੇ ਨਾਲ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੇ ਤੁਹਾਡੀ ਜਿਹੜੀ ਗੱਲ ਹੈ ਬੜੀ ਧਿਆਨ ਨਾਲ ਸੁਣੀ ਹੋਵੇਗੀ, ਅਤੇ ਮੈਂ ਉਮੀਦ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਹੀ ਜਿਹੜੀ ਆਪਣੀ ਸੇਵਾ ਸਮਾਜ ਦੇ ਲੋਕਾਂ ਲਈ, ਸਮਾਜ ਦੇ ਲੋੜਵੰਦ ਲੋਕਾਂ ਲਈ ਇਸੇ ਤਰ੍ਹਾਂ ਹੀ ਜਾਰੀ ਰੱਖੋਗੇ। ਅਤੇ ਫਿਰ ਆਪਾਂ ਕਿਸੇ ਦਿਨ ਹੋਰ ਕਿਸੇ ਟੌਪਿਕ ਦੇ ਉੱਤੇ ਗੱਲਬਾਤ ਕਰਨ ਲਈ ਫਿਰ ਇੱਥੇ ਇਕੱਠੇ ਹੋਵਾਂਗੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।